हेलो एवरीवन वेलकम और वेलकम बैक टू माई चैनल BA ਸਮੈਸਟਰ 5 ਹਿਸਟਰੀ ਆਫ ਦਾ ਵਰਲਡ ਆਪਾਂ ਸਟਾਰਟ ਕੀਤਾ ਹੋਇਆ ਹੈ ਜਿਸ ਦੇ ਵਿੱਚ ਆਪਾਂ ਉਦਯੋਗਿਕ ਕ੍ਰਾਂਤੀ ਪੜਾਂਗੇ। ਉਦਯੋਗਿਕ ਕ੍ਰਾਂਤੀ ਜਿਹੜੀ ਸੀਗੀ ਹੁਣ ਜਦੋਂ ਫ੍ਰੈਂਚ ਰੈਵੋਲੂਸ਼ਨ ਚੱਲ ਰਹੀ ਸੀ ਫਰਾਂਸ ਦੇ ਵਿੱਚ, ਤਾਂ ਉਸ ਟਾਈਮ ਇੱਥੇ ਜਿਹੜੀਆਂ ਸੀ ਇੰਗਲੈਂਡ ਦੇ ਵਿੱਚ ਉਦਯੋਗਿਕ ਕ੍ਰਾਂਤੀ ਦੀਆਂ ਨੀਹਾਂ ਜਿਹੜੀਆਂ ਸੀ ਰੱਖੀਆਂ ਜਾ ਰਹੀਆਂ ਸੀ, ਕਿਉਂਕਿ ਇੰਗਲੈਂਡ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਇਕੱਠੇ ਹੋ ਕੇ ਇਨਵੈਸਟਮੈਂਟ ਕਰਦੇ ਸੀ, ਸ਼ੇਅਰਿੰਗ ਆਪਣੀ ਪਾਉਂਦੇ ਸੀਗੇ। ਤਾਂ ਇਸ ਦੇ ਨਾਲ ਜਿਹੜੀ ਸੀ ਉੱਥੇ ਨਿਊ ਜਿਹੜੀਆਂ ਸੀਗੀਆਂ ਇੰਡਸਟਰੀ ਸਥਾਪਿਤ ਹੋਣੀਆਂ ਸਟਾਰਟ ਹੋ ਗਈਆਂ। ਹੁਣ ਦੇਖੋ ਦੋਨੋਂ ਪਾਸੇ ਫਰਾਂਸ ਦੇ ਵਿੱਚ ਕਿਹੜੀ ਕ੍ਰਾਂਤੀ ਚੱਲ ਰਹੀ ਸੀ, ਰਾਜਨੀਤਿਕ ਕ੍ਰਾਂਤੀ, ਲੇਕਿਨ ਇੰਗਲੈਂਡ ਦੇ ਵਿੱਚ ਜਿਹੜੀ ਸੀ ਆਰਥਿਕ ਕ੍ਰਾਂਤੀ ਚੱਲ ਰਹੀ ਸੀ, ਜਿਸ ਨੂੰ ਆਪਾਂ ਇੰਡਸਟਰੀਅਲ ਰੈਵੋਲੂਸ਼ਨ ਕਹਿੰਦੇ ਹਾਂ। ਸੋ ਇਹਦਾ ਟਾਈਮ ਪੀਰੀਅਡ ਜਿਹੜਾ ਹੈਗਾ 1750 ਤੋਂ 1850 ਤੱਕ ਗਿਣਿਆ ਜਾਂਦਾ ਹੈ। ਤਾਂ ਉਦਯੋਗਿਕ ਕ੍ਰਾਂਤੀ ਦਾ ਮਤਲਬ ਕੀ ਹੈਗਾ ਕਿ ਉਹ ਪਰਿਵਰਤਨ, ਉਹ ਆਵਿਸ਼ਕਾਰ ਜਿਹੜੇ ਕਿ 18ਵੀਂ ਅਤੇ 19ਵੀਂ ਸਦੀ ਦੇ ਵਿੱਚ ਇੰਗਲੈਂਡ ਦੇ ਵਿੱਚ ਹੋਏ, ਅਤੇ ਇਹਨਾਂ ਦੇ ਕਰਕੇ ਜਿਹੜਾ ਹੈ ਉਦਯੋਗਾਂ ਵਿੱਚ ਭਾਰੀ ਕ੍ਰਾਂਤੀ ਆਈ। ਇਸ ਤਰ੍ਹਾਂ ਅਗਰ ਅਸੀਂ ਕਹੀਏ ਕਿ 18ਵੀਂ ਅਤੇ 19ਵੀਂ ਸਦੀ ਵਿੱਚ ਜੋ ਮਹੱਤਵਪੂਰਨ ਆਰਥਿਕ ਪਰਿਵਰਤਨ ਹੋ ਰਹੇ ਸੀ ਯੂਰਪ ਦੇ ਵਿੱਚ ਉਦਯੋਗਿਕ ਪ੍ਰਣਾਲੀ ਦੇ ਵਿੱਚ, ਉਹਨਾਂ ਨੂੰ ਹੀ ਜਿਹੜਾ ਹੈ ਉਦਯੋਗਿਕ ਕ੍ਰਾਂਤੀ ਕਿਹਾ ਜਾਂਦਾ ਹੈ। ਤਾਂ ਇਸ ਦੇ ਨਾਲ ਕੀ ਹੋਇਆ ਸੀਗਾ, ਮਾਲ ਜਿਹੜਾ ਸੀਗਾ ਉਹ ਘਰਾਂ ਦੀ ਜਗ੍ਹਾ 'ਤੇ ਕਾਰਖਾਨਿਆਂ ਦੇ ਵਿੱਚ ਜਿਹੜਾ ਸੀਗਾ ਬਣਨਾ ਸਟਾਰਟ ਹੋ ਗਿਆ। ਕਾਟੇਜ ਇੰਡਸਟਰੀ, ਜਿਹੜੇ ਲਘੂ ਛੋਟੇ ਉਦਯੋਗ ਸੀ, ਉਹਨਾਂ ਦੀ ਜਗ੍ਹਾ 'ਤੇ ਵੱਡੇ ਉਦਯੋਗਾਂ ਨੇ ਥਾਂ ਲੈ ਲਈ, ਅਤੇ ਹੱਥ ਦੇ ਸਮਾਨ ਦੀ ਜਗ੍ਹਾ 'ਤੇ ਹੱਥ ਦੀ ਥਾਂ ਜਿਹੜਾ ਮਾਲ ਸੀਗਾ ਉਹ ਮਸ਼ੀਨਾਂ ਦੇ ਨਾਲ ਤਿਆਰ ਹੋਣ ਲੱਗ ਗਿਆ। ਅਤੇ ਇਸੇ ਕਰਕੇ ਜਿਹੜਾ ਸੀ ਪ੍ਰੋਡਕਸ਼ਨ, ਕਿਉਂਕਿ ਮਸ਼ੀਨਾਂ ਰਾਹੀਂ ਹੁੰਦੀ ਸੀ ਤਾਂ ਬਹੁਤ ਵੱਡੇ ਲੈਵਲ 'ਤੇ ਹੁੰਦੀ ਸੀ। ਉਦਯੋਗਿਕ ਕ੍ਰਾਂਤੀ ਦਾ ਸਰੂਪ, ਹੁਣ ਜੇ ਅਗਰ ਅਸੀਂ ਇਹਦੀ ਨੇਚਰ ਦੀ ਗੱਲ ਕਰੀਏ ਤਾਂ ਉਦਯੋਗਿਕ ਢੰਗ ਦੇ ਨਾਲ ਹੋਣ ਵਾਲੇ ਇੰਗਲੈਂਡ ਵਿੱਚ ਪਰਿਵਰਤਨਾਂ ਦੇ ਸੰਬੰਧ ਦੇ ਵਿੱਚ ਵਿਦਵਾਨ ਟਾਈਨਬੀ ਨੇ ਕ੍ਰਾਂਤੀ ਸ਼ਬਦ ਦੀ ਵਰਤੋਂ ਕੀਤੀ ਹੈ। ਤਾਂ ਇਸ ਉਦਯੋਗਿਕ ਢੰਗ ਦੇ ਨਾਲ ਜਦੋਂ ਮਾਲ ਨੂੰ ਪ੍ਰੋਡਕਸ਼ਨ ਕੀਤਾ ਜਾਂਦਾ ਮਾਲ ਦਾ, ਤਾਂ ਇਸ ਨੂੰ ਕ੍ਰਾਂਤੀ ਜਿਹੜੀ ਹੈ ਕਿਹਾ ਜਾਂਦਾ, ਟਾਈਨਬੀ ਨੇ ਕਿਹਾ। ਪਰ ਕੁਝ ਵਿਦਵਾਨ ਕਹਿੰਦੇ ਕਿ ਕ੍ਰਾਂਤੀ ਉੱਥੇ ਯੂਜ਼ ਹੁੰਦੀ ਹੈ ਕਿ ਜਿੱਥੇ ਖੂਨ ਖਰਾਬਾ ਹੁੰਦਾ, ਪਰ ਇਸ ਕ੍ਰਾਂਤੀ ਵਿੱਚ ਖੂਨ ਖਰਾਬਾ ਬਿਲਕੁਲ ਵੀ ਨਹੀਂ ਹੋਇਆ। ਇਸ ਦੇ ਵਿੱਚ ਤਾਂ ਜਿਹੜਾ ਸੀਗਾ ਆਰਥਿਕ ਪੱਖ ਤੋਂ ਜਿਹੜੇ ਹੈਗੇ ਬਹੁਤ ਸਾਰੇ ਪਰਿਵਰਤਨ ਆਏ, ਤਾਂ ਇਸ ਕਰਕੇ ਜਿਹੜਾ ਹੈ ਇਸ ਨੂੰ ਰੈਵੋਲੂਸ਼ਨ ਜਿਹੜਾ ਹੈ ਬਹੁਤ ਸਾਰੇ ਲੋਕ ਕਹਿੰਦੇ ਨੇ। ਬਹੁਤ ਸਾਰੇ ਲੋਕ ਨਹੀਂ ਕਹਿੰਦੇ, ਬਿਕੋਜ਼ ਕਹਿੰਦੇ ਕ੍ਰਾਂਤੀ ਦੇ ਨਾਲ ਤਾਂ ਖੂਨ ਡੁੱਲਦੇ ਨੇ, ਇਹਦੇ ਨਾਲ ਖੂਨ ਤਾਂ ਡੁੱਲੇ ਨਹੀਂ। ਤਾਂ ਕੁਝ ਜਿਹੜੇ ਹੈਗੇ ਇਸ ਨੂੰ ਕ੍ਰਾਂਤੀ ਕਹਿੰਦੇ ਨੇ, ਕੁਝ ਜਿਹੜੇ ਹੈਗੇ ਇਸ ਨੂੰ ਕ੍ਰਾਂਤੀ ਨਹੀਂ ਕਹਿੰਦੇ। ਕੁਝ ਇਹਦਾ ਟਾਈਮ ਪੀਰੀਅਡ 1750 ਤੋਂ 1850 ਮੰਨਦੇ ਨੇ, ਕੁਝ ਜਿਹੜੇ ਕਹਿੰਦੇ ਨੇ ਕਿ ਇਹ ਜਿਹੜੀ ਹੈਗੀ ਹੈ ਕ੍ਰਾਂਤੀ ਇਹ ਬਹੁਤ ਪਹਿਲਾਂ ਤੋਂ ਸਟਾਰਟ ਹੋਈ ਸੀ ਇੰਗਲੈਂਡ ਦੇ ਵਿੱਚ। ਠੀਕ ਹੈ, ਸੋ ਉਦਯੋਗਿਕ ਕ੍ਰਾਂਤੀ ਦੇ ਰੀਜ਼ਨ ਕੀ ਸੀਗੇ? ਫਸਟ ਆਫ ਆਲ ਤਾਂ ਹੋਰ ਖੇਤਰਾਂ ਵਿੱਚ ਉੱਨਤੀ ਹੋ ਰਹੀ ਸੀ, ਪਰ ਇਸ ਦੇ ਨਾਲ ਜਿਹੜੇ ਸੀਗੇ ਉਦਯੋਗਿਕ ਕ੍ਰਾਂਤੀ 'ਚ ਕ੍ਰਾਂਤੀ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਸੀ। ਯੂਰਪ ਦੇ ਬਹੁਤ ਸਾਰੇ ਖੇਤਰਾਂ ਦੇ ਵਿੱਚ ਬਹੁਤ ਉੱਨਤੀ ਹੋ ਰਹੀ ਸੀ, ਇਸ ਲਈ ਉਦਯੋਗਿਕ ਕ੍ਰਾਂਤੀ ਹੋਣੀ ਵੀ ਜਿਹੜੀ ਸੀਗੀ ਬਹੁਤ ਜ਼ਿਆਦਾ ਜ਼ਰੂਰੀ ਸੀ, ਕਿਉਂਕਿ ਖੇਤੀ ਦੇ ਵਿੱਚ ਕ੍ਰਾਂਤੀਕਾਰੀ ਪਰਿਵਰਤਨ ਆ ਰਹੇ ਸੀਗੇ। ਜਿਹੜੀ ਹੱਥੀਂ ਕੰਮ ਕੀਤਾ ਜਾ ਰਿਹਾ ਸੀ ਉਹਦੀ ਜਗ੍ਹਾ 'ਤੇ ਮਸ਼ੀਨਾਂ ਨਾਲ ਕੰਮ ਹੋਣਾ ਸਟਾਰਟ ਹੋ ਗਿਆ। ਨਵੀਆਂ ਫਸਲਾਂ ਆਉਣੀਆਂ ਸ਼ੁਰੂ ਹੋ ਗਈਆਂ, ਉਤਪਾਦਨ ਵਧਣਾ ਸਟਾਰਟ ਹੋ ਗਿਆ। ਭੂਮੀ ਜਿਹੜੀ ਸੀਗੀ, ਬੰਜਰ ਭੂਮੀ ਵੀ ਜਿਹੜੀ ਸੀ ਉਪਜਾਊ ਬਣਾਈ ਜਾ ਰਹੀ ਸੀ। ਪਾਣੀ ਦੇ ਕਰਕੇ ਜਿਹੜੇ ਸੀ ਖੇਤੀ ਦੇ ਵਿੱਚ ਬਹੁਤ ਜ਼ਿਆਦਾ ਵਿਕਾਸ ਹੋ ਰਿਹਾ ਸੀ, ਕਿਉਂਕਿ ਨਹਿਰਾਂ ਬਣ ਰਹੀਆਂ ਸੀ। ਅਮੀਰਾਂ ਨੇ, ਜਿਹੜੇ ਅਮੀਰ ਲੋਕ ਸੀ, ਉਹਨਾਂ ਨੇ ਖੇਤੀ ਦੇ ਵਿੱਚ ਕਈ ਔਜ਼ਾਰ ਜਿਹੜੇ ਸੀਗੇ ਵਾਧਾ ਕਰ ਲਿਆ ਉਹਦੇ ਵਿੱਚ, ਅਤੇ ਬਿਜਾਈ, ਕਟਾਈ, ਗਹਾਈ ਲਈ ਵੀ ਜਿਹੜੇ ਸੀ ਖਾਦਾਂ ਲਈ ਵੀ ਮਸ਼ੀਨਾਂ ਦੀ ਵਰਤੋਂ ਹੋਣ ਲੱਗ ਗਈ। ਆਵਾਜਾਈ 'ਚ ਉੱਨਤੀ ਆਈ। ਹੁਣ ਸੜਕਾਂ ਦੀ ਵਧੀਆ ਆਵਾਜਾਈ ਨੇ ਉਦਯੋਗਿਕ ਕ੍ਰਾਂਤੀ ਦੇ ਵਿੱਚ ਵੀ ਜਿਹੜਾ ਸੀਗਾ ਇੱਕ ਕਾਰਨ ਦਾ ਕੰਮ ਕੀਤਾ, ਕਿਉਂਕਿ ਕਾਰਖਾਨਿਆਂ ਤੋਂ ਤਿਆਰ ਕੀਤਾ ਹੋਇਆ ਮਾਲ ਇੱਕ ਥਾਂ ਤੋਂ ਦੂਜੀ ਥਾਂ ਵੀ ਤਾਂ ਵੇਚਣਾ ਸੀਗਾ ਜਾ ਕੇ। ਤਾਂ ਜਾਨ ਮੈਕਡਮ ਜਿਹੜੇ ਸੀ, ਇਹਨਾਂ ਨੇ ਪਹਿਲਾਂ ਰੋੜਿਆਂ ਦੀ ਜਗ੍ਹਾ ਦੇ ਉੱਤੇ ਗਾਰੇ ਨਾਲ ਚਿਣ ਕੇ ਜਿਹੜਾ ਹੈਗਾ ਪੱਥਰਾਂ ਦੀ ਸੜਕ ਤਿਆਰ ਕੀਤੀ, ਅਤੇ ਫਿਰ ਉੱਤੇ ਤਾਰਕੋਲ ਦੀ ਵਰਤੋਂ ਕੀਤੀ, ਜਿਸ ਦੇ ਨਾਲ ਸੜਕਾਂ ਪੱਕੀਆਂ ਹੋਣ ਲੱਗੀਆਂ। ਪਹਿਲਾਂ ਕੱਚੀਆਂ ਸੜਕਾਂ ਸੀ, ਟੁੱਟ ਜਾਂਦੀਆਂ ਸੀਗੀਆਂ, ਮੀਂਹ ਦੇ ਵਿੱਚ ਜਿਹੜਾ ਸੀਗਾ ਇਹਨਾਂ ਦੇ ਉੱਤੇ ਆਵਾਜਾਈ ਨਹੀਂ ਸੀ ਹੋ ਸਕਦੀ। ਪਰ ਜਿਹੜਾ ਜੌਨ ਮੈਕਡਮ ਹੈ, ਇਹਨਾਂ ਨੇ ਜਿਹੜਾ ਹੈਗਾ ਪੱਕੀਆਂ ਸੜਕਾਂ ਜਿਹੜੀਆਂ ਸੀਗੀਆਂ ਉਹ ਬਣਾਉਣੀਆਂ ਸਟਾਰਟ ਕਰਤੀਆਂ, ਜਿਸ ਕਰਕੇ ਜਿਹੜਾ ਹੈਗਾ ਆਵਾਜਾਈ 'ਚ ਉੱਨਤੀ ਆਈ। ਫਿਰ ਦੂਜੀ ਗੱਲ ਹੈਗੀ ਹੈ ਕਿ ਜਲ ਮਾਰਗਾਂ ਦੇ ਵਿੱਚ ਵੀ ਇਹਨਾਂ ਨੇ ਸੁਧਾਰ ਕੀਤਾ, ਨਾਲ ਹੀ ਰੇਲਵੇ ਟਰੈਕਸ ਦੇ ਉੱਤੇ ਵੀ ਜਿਹੜਾ ਸੀਗਾ ਇਹਨਾਂ ਨੇ ਪਟੜੀਆਂ ਵਿਛਾਉਣੀਆਂ ਸਟਾਰਟ ਕਰਤੀਆਂ, ਬਿਕੋਜ਼ ਅਗਰ ਉਦਯੋਗ ਲੱਗ ਰਹੇ ਨੇ ਉਹਨਾਂ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਵੀ ਪਹੁੰਚਾਉਣਾ ਹੈ। ਠੀਕ ਹੈ, ਮੰਡੀਆਂ ਦਾ ਵੀ ਵਿਕਾਸ ਕਰਨੀਆਂ। ਹੁਣ ਜਦੋਂ ਮੰਡੀਆਂ ਵਿਕਸਿਤ ਹੋਣ ਲੱਗ ਗਈਆਂ ਤਾਂ ਜਿਹੜੇ ਖੇਤੀਬਾੜੀ ਕਰਦੇ ਸੀ ਲੋਕ, ਉਹਨਾਂ ਨੇ ਸ਼ਹਿਰਾਂ ਦੇ ਵੱਲ ਮਾਈਗ੍ਰੇਟ ਹੋਣਾ ਸਟਾਰਟ ਕਰਤਾ, ਅਤੇ ਸ਼ਹਿਰੀਕਰਨ ਆਇਆ, ਨਾਲ ਹੀ ਵੱਡੇ ਨਗਰ ਵੀ ਸਥਾਪਿਤ ਹੋਣੇ ਸਟਾਰਟ ਹੋ ਗਏ। ਧਾਤਾਂ ਦੀ ਉਪਜ ਅਤੇ ਵਰਤੋਂ, ਹੁਣ ਦੇਖੋ ਯੂਰਪ ਦੇ ਵਿੱਚ ਕੀ ਹੋਇਆ, ਧਾਤਾਂ ਦੀ ਉਪਜ ਅਤੇ ਵਰਤੋਂ ਨੇ ਵੀ ਜਿਹੜਾ ਸੀਗਾ ਉਦਯੋਗਿਕ ਕ੍ਰਾਂਤੀ ਨੂੰ ਸ਼ਕਤੀ ਅਤੇ ਬਲ ਦਿੱਤਾ। ਲੋਹੇ ਅਤੇ ਇਸਪਾਤ ਦੀ ਵਰਤੋਂ ਜਿਹੜੀ ਹੈ ਹੋਣ ਲੱਗੀ। ਲੋਹਿਆਂ ਨੂੰ ਜਿਹੜਾ ਹੈ ਨਰਮ ਲੋਹੇ ਤੋਂ ਸਖਤ ਲੋਹਾ ਤਿਆਰ ਕੀਤਾ ਗਿਆ। ਵੱਡੀਆਂ ਮਸ਼ੀਨਾਂ ਜਿਹੜੀਆਂ ਸੀ ਬਣਾਈਆਂ ਜਾਣ ਲੱਗੀਆਂ। ਪਹਿਲਾਂ ਕੱਚੇ ਕੋਲੇ ਨਾਲ ਛੋਟੀਆਂ ਭੱਠੀਆਂ ਦੇ ਵਿੱਚ ਵੱਡੀਆਂ ਮਸ਼ੀਨਾਂ ਲਈ, ਮਸ਼ੀਨਾਂ ਦੇ ਨਾਲ ਕੀ ਹੁੰਦਾ ਸੀਗਾ, ਭਾਰੀ ਟੁਕੜਿਆਂ ਨੂੰ ਸਾਫ਼ ਨਹੀਂ ਸੀ ਕੀਤਾ ਜਾ ਸਕਦਾ। ਪਹਿਲਾਂ ਤਾਂ ਸ਼ੁੱਧੀਕਰਨ ਕਰਵਾਇਆ ਗਿਆ ਲੋਹੇ ਤੋਂ।
ठीक है। मशीनां ऐसियां तैयार कीतियां गईਆਂ ਤਾਂ ਕਿ ਲੋਹਾ ਸ਼ੁੱਧ ਹੋਵੇ। ਸ਼ੁੱਧ ਜਿਹੜਾ ਲੋਹਾ ਮਿਲਦਾ ਸੀ ਉਹ ਨਰਮ ਹੁੰਦਾ ਸੀ। ਫਿਰ ਨਰਮ ਲੋਹੇ ਨੂੰ ਜਿਹੜਾ ਸੀਗਾ ਉਸ ਦੇ ਵਿੱਚ ਸਖਤ ਲੋਹਾ ਜਿਹੜਾ ਸੀ ਮਿਲਾਵਟ ਕੀਤੀ ਜਾਂਦੀ ਸੀ, ਠੀਕ ਹੈ। ਸਖਤ ਉਸ ਨੂੰ ਬਣਾਇਆ ਜਾਂਦਾ ਸੀਗਾ ਤਾਂਤਾ ਪਾ ਕੇ। ਫਿਰ ਉਸ ਤੋਂ ਬਾਅਦ 'ਚ ਸਖਤ ਲੋਹੇ ਦੀਆਂ ਜਿਹੜੀਆਂ ਹੈਗੀਆਂ, ਕਿਉਂਕਿ ਬਹੁਤ ਹੀ ਜ਼ਿਆਦਾ ਵੱਡੀਆਂ ਭਾਰੀ ਭਰਕਮ ਮਸ਼ੀਨਾਂ ਤਿਆਰ ਕਰਨੀਆਂ ਸੀ, ਤਾਂ ਇੱਦਾਂ ਜਿਹੜਾ ਹੈ ਅਲੱਗ ਅਲੱਗ ਇੰਡਸਟਰੀਜ਼ ਜਿਹੜੀਆਂ ਨੇ ਬਣਾਈਆਂ ਗਈਆਂ ਲੋਹੇ ਨੂੰ ਸ਼ੁੱਧ ਕਰਨ ਦੀ, ਫਿਰ ਉਸਨੂੰ ਹਾਰਡ ਬਣਾਉਣ ਦੀ, ਫਿਰ ਉਸ ਤੋਂ ਵੱਡੀਆਂ ਵੱਡੀਆਂ ਮਸ਼ੀਨਾਂ ਤਿਆਰ ਕਰਨ ਦੀ। ਤਾਂ ਇਸ ਤਰ੍ਹਾਂ ਜਿਹੜਾ ਹੈ ਲੋਹੇ ਦੇ ਵੱਡੇ ਵੱਡੇ ਟੁਕੜੇ ਜਿਹੜੇ ਹੈ ਸਾਫ਼ ਹੋਣ ਲੱਗੇ, ਬਿਕੋਜ਼ ਛੋਟੇ ਟੁਕੜੇ ਹੁੰਦੇ ਸੀ ਤਾਂ ਇੰਨਾ ਜ਼ਿਆਦਾ ਟਾਈਮ ਪੀਰੀਅਡ ਲੱਗਦਾ ਸੀ। ਤਾਂ ਵੱਡੀਆਂ ਵੱਡੀਆਂ ਮਸ਼ੀਨਾਂ ਦੇ ਥਰੂ ਵੱਡੇ ਵੱਡੇ ਲੋਹੇ ਦੇ ਟੁਕੜੇ ਜਿਹੜੇ ਆ ਬਣਾਏ ਜਾਣ ਲੱਗੇ, ਸਾਫ਼ ਹੋਣ ਲੱਗੇ। ਵਿਗਿਆਨ ਦੀ ਉੱਨਤੀ ਅਤੇ ਤਰੱਕੀ। ਉਦਯੋਗ ਦਾ ਸੰਬੰਧ ਕਿਹਦੇ ਨਾਲ ਹੁੰਦਾ? ਮਸ਼ੀਨਾਂ ਦੇ ਨਾਲ। ਤਾਂ ਮਸ਼ੀਨਾਂ ਦੇ ਨਾਲ ਜਿਹੜਾ ਹੈ ਵਿਗਿਆਨ ਦੀ ਉੱਨਤੀ ਜਿਹੜੀ ਹੈ ਹੋਣ ਲੱਗੀ। ਵਿਗਿਆਨ ਦੀ ਉੱਨਤੀ ਨਾਲ ਇਸ ਤਰ੍ਹਾਂ ਦੀਆਂ ਮਸ਼ੀਨਾਂ ਬਣ ਗਈਆਂ ਜਿਨ੍ਹਾਂ ਦੇ ਨਾਲ ਹਵਾ, ਪਾਣੀ, ਭਾਫ ਵਰਗੀਆਂ ਸ਼ਕਤੀਆਂ ਜਿਹੜੀਆਂ ਨੇ ਇਹਨਾਂ ਤੋਂ ਵੀ ਲੋਕਾਂ ਨੇ ਕੰਮ ਲੈਣੇ ਸਟਾਰਟ ਕਰਤੇ, ਠੀਕ ਹੈ। ਤਾਂ ਮਸ਼ੀਨਾਂ ਜਿਹੜੀਆਂ ਸੀ ਇਹਨਾਂ ਦੇ ਨਾਲ, ਹਵਾ ਦੇ ਨਾਲ, ਪਾਣੀ ਦੇ ਨਾਲ, ਭਾਫ ਨਾਲ ਚੱਲਦੀਆਂ ਸੀ। ਵਿਦੇਸ਼ੀ ਵਪਾਰ ਹੋਣ ਲੱਗਿਆ। ਹੁਣ ਦੇਖੋ ਇੰਨਾ ਜ਼ਿਆਦਾ ਪ੍ਰੋਡਕਸ਼ਨ ਵਧਿਆ ਹੈ ਤਾਂ ਓਬਵੀਅਸ ਉਹ ਨਿਰਯਾਤ ਤਾਂ ਹੋਏਗਾ, ਵਿਦੇਸ਼ਾਂ ਨਾਲ ਵਪਾਰ ਤਾਂ ਹੋਏਗਾ, ਤਾਂ ਉਹ ਵੀ ਵਧਣ ਫੁੱਲਣ ਲੱਗ ਗਿਆ। ਉਸ ਤੋਂ ਬਾਅਦ 'ਚ 17ਵੀਂ ਅਤੇ 18ਵੀਂ ਸਦੀ ਵਿੱਚ ਇੰਗਲੈਂਡ ਦੇ ਵਿੱਚ, ਫਰਾਂਸ ਦੇ ਵਿੱਚ, ਸਪੇਨ, ਪੁਰਤਗਾਲ, ਹਾਲੈਂਡ ਦੇ ਵਿੱਚ ਜਿਹੜਾ ਹੈ ਵਿਦੇਸ਼ਾਂ ਦੇ ਵਿੱਚ ਕਈ ਬਸਤੀਆਂ ਕਾਇਮ ਕਰ ਲਈਆਂ ਗਈਆਂ। ਬਸਤੀਆਂ ਮਤਲਬ ਜਿੱਥੇ ਜਿਹੜਾ ਹੈ ਸਮਾਨ ਉਤਰਨਾ ਹੁੰਦਾ ਹੈ, ਉੱਥੇ ਲੋਕਾਂ ਨੇ, ਵਰਕਰਸ ਨੇ ਮਾਈਗ੍ਰੇਟ ਹੋ ਕੇ ਜਿਹੜਾ ਹੈ ਉੱਥੇ ਕਲੋਨੀਆਂ ਬਣਾਉਣੀਆਂ ਜਿਹੜੀਆਂ ਨੇ ਸਟਾਰਟ ਕਰਤੀਆਂ। ਫਿਰ ਇੱਕ ਜਿਹੜਾ ਹੈਗਾ ਇੱਕ ਦੇਸ਼ ਨੇ ਦੂਜੇ ਦੇਸ਼ 'ਚ ਜਾ ਕੇ ਵੀ, ਜਿਵੇਂ ਹੁਣ ਆਪਣੇ ਇੱਥੇ ਬ੍ਰਿਟੇਨ ਦੇ ਲੋਕਾਂ ਨੇ ਆ ਕੇ ਬਸਤੀਆਂ ਸਥਾਪਿਤ ਕੀਤੀਆਂ ਸੀ, ਕਲੋਨਲਾਈਜੇਸ਼ਨ ਕੀਤੀ ਸੀ ਕਿ ਉੱਥੋਂ ਆ ਕੇ ਇੱਥੇ ਸਮਾਨ ਤਾਰਨਾ, ਤਾਂ ਕੁਝ ਅੰਗਰੇਜ਼ ਇੱਥੇ ਹੀ ਰਹਿ ਗਏ ਸੀ ਤਾਂ ਉਹਨਾਂ ਨੇ ਫੈਕਟਰੀਜ਼ ਲਗਾਉਣੀਆਂ ਸਟਾਰਟ ਕੀਤੀਆਂ ਸੀ। ਤਾਂ ਇੱਦਾਂ ਬਸਤੀਆਂ ਕਾਇਮ ਹੋਣੀਆਂ ਸਟਾਰਟ ਹੋ ਗਈਆਂ। ਕਾਰਖਾਨਿਆਂ ਦੇ ਵਿੱਚ ਜਿਹੜਾ ਹੈ ਸਮਾਨ ਤਿਆਰ ਹੋਣ ਲੱਗ ਗਿਆ, ਅਤੇ ਬਸਤੀਆਂ ਜਿਹੜੀਆਂ ਸੀ ਚੰਗੀਆਂ ਮੰਡੀਆਂ ਹੁੰਦੀਆਂ ਸੀ। ਵੱਡੀ ਤੋਂ ਵੱਡੀ ਲੋੜਾਂ ਦੀ ਪੂਰਤੀ ਜਿਹੜੀ ਸੀ ਇੱਥੇ ਤਿਆਰ ਹੋਣ ਲੱਗ ਗਈ। ਉਪਨਿਵੇਸ਼ ਜਿਹੜੇ ਹੈਗੇ ਨੇ, ਉਪਨਿਵੇਸ਼ਾਂ ਦੀ ਸਥਾਪਨਾ ਹੋਣੀ ਸਟਾਰਟ ਹੋ ਗਈ। ਤਾਂ ਇੰਗਲੈਂਡ ਵਿੱਚ, ਹਾਲੈਂਡ, ਸਪੇਨ, ਫਰਾਂਸ ਦੇ ਵਿੱਚ ਜਿਹੜੇ ਹੈਗੇ, ਫਰਾਂਸ ਹਲੇ ਜਾਂ ਥੋੜ੍ਹਾ ਲੇਟ ਸੀ ਕਿਉਂਕਿ ਉੱਥੇ ਕ੍ਰਾਂਤੀ ਚੱਲ ਰਹੀ ਸੀਗੀ, ਠੀਕ ਹੈ। ਸੋ ਤਾਂ ਕਰਕੇ ਥੋੜ੍ਹਾ ਜਿਹਾ ਲੇਟ ਹੋ ਗਿਆ ਇੰਡਸਟਰੀਅਲ ਰੈਵੋਲੂਸ਼ਨ 'ਚ, ਲੇਕਿਨ ਇੰਗਲੈਂਡ ਨੇ ਤਾਂ ਅਦਭੁਤ ਤਰੱਕੀ ਕੀਤੀ ਹੈ। ਤਾਂ ਇਹਨਾਂ ਨੇ ਉਪਨਿਵੇਸ਼ਾਂ ਦੀ ਸਥਾਪਨਾ ਕਰ ਲਈ। ਉਪਨਿਵੇਸ਼ ਹੁੰਦਾ ਕਿ ਉਹ ਕਾਫੀ ਸਾਰੇ ਜਿਹੜੇ ਆ ਇਨਵੈਸਟਮੈਂਟ ਕਰਦੇ ਨੇ। ਉਹਨਾਂ ਨੇ ਜਿੱਥੋਂ ਉਹਨਾਂ ਨੂੰ ਕੱਚੇ ਮਾਲ ਦੀ ਜਿਹੜੀ ਹੈਗੀ ਆ ਕਾਫੀ ਮਾਤਰਾ 'ਚ ਪ੍ਰਾਪਤੀ ਹੋ ਜਾਂਦੀ ਸੀ, ਉੱਥੇ ਜਿਹੜਾ ਹੈ ਕੱਚੇ ਮਾਲ ਦੀ ਅਧਿਕ ਪ੍ਰਾਪਤੀ ਦੇ ਕਰਕੇ ਵੱਡੇ ਪੱਧਰ 'ਤੇ ਉਤਪਾਦਨ ਕਰਨ ਦੀ ਇੱਛਾ ਵੀ ਉਹਨਾਂ ਦੇ ਵਿੱਚ ਆ ਗਈ। ਇਸੇ ਕਰਕੇ ਇਹਨਾਂ ਨੇ ਜਿਹੜਾ ਸੀਗਾ ਬਹੁਤਾ ਉਤਪਾਦਨ ਮਸ਼ੀਨਾਂ ਹੀ ਕਰ ਸਕਦੀਆਂ, ਤਾਂ ਕਰਕੇ ਇਹਨਾਂ ਨੇ ਵੱਡੀਆਂ ਵੱਡੀਆਂ ਮਸ਼ੀਨਾਂ ਬਣਾਉਣੀਆਂ ਸਟਾਰਟ ਕਰਤੀਆਂ, ਤਾਂ ਉਪਨਿਵੇਸ਼ ਕਰਨਾ ਇਸ 'ਚ ਸਟਾਰਟ ਕਰਤਾ। ਸਸਤੀ ਮਜ਼ਦੂਰੀ। ਖੇਤੀਬਾੜੀ ਦੇ ਵਿਕਾਸ ਲਈ ਬਹੁਤ ਸਾਰੀਆਂ ਮਸ਼ੀਨਾਂ ਬਣ ਗਈਆਂ ਸੀ, ਇਸ ਕਰਕੇ ਕਿਸਾਨ ਹੋ ਗਏ ਵਿਹਲੇ। ਤਾਂ ਵਿਹਲੇ ਮਜ਼ਦੂਰਾਂ ਨੇ, ਕਿਸਾਨਾਂ ਨੇ ਜਿਹੜਾ ਹੈ ਆਪਣੇ ਨੀਡਸ ਨੂੰ ਕੰਪਲੀਟ ਕਰਨ ਲਈ ਸ਼ਹਿਰਾਂ 'ਚ ਆ ਕੇ ਕੰਮ ਕਰਨਾ ਸਟਾਰਟ ਕਰਤਾ, ਅਤੇ ਥੋੜ੍ਹੀ ਜਿਹੀ ਮਜ਼ਦੂਰੀ 'ਚ ਲੈ ਕੇ ਵੀ ਉਹ ਕੰਮ ਕਰਨਾ ਸਟਾਰਟ ਕਰ ਦਿੰਦੇ ਸੀ ਕਿਉਂਕਿ ਉਹਨਾਂ ਨੂੰ ਆਲਰੇਡੀ ਖੇਤੀ ਤੋਂ ਵੀ ਜਿਹੜਾ ਸੀ ਇਨਕਮ ਆ ਰਹੀ ਸੀ, ਠੀਕ ਹੈ। ਸੋ ਇਸ ਕਰਕੇ ਸਸਤੀ ਮਜ਼ਦੂਰੀ ਮਿਲਣੀ ਸਟਾਰਟ ਹੋ ਗਈ। ਕੁਝ ਐਸੇ ਵੀ ਲੋਕ ਸੀ ਜਿਹੜੇ ਕਿ ਮਿਹਨਤੀਏ ਦਾ ਕੰਮ ਕਰਦੇ ਸੀ, ਵਰਕਰਸ ਦਾ, ਤਾਂ ਖੇਤਾਂ ਦੇ ਵਿੱਚ ਉਹਨਾਂ ਨੂੰ ਜਿਹੜਾ, ਕਿਉਂਕਿ ਵਿਹਲੇ ਰਹਿੰਦੇ ਸੀਗੇ ਹੈ ਨਾ, ਅਤੇ ਖੇਤਾਂ ਦੇ ਵਿੱਚ ਘੱਟ ਮਜ਼ਦੂਰੀ ਮਿਲਦੀ ਸੀ, ਤਾਂ ਕਰਕੇ ਸ਼ਹਿਰਾਂ ਦੇ ਵਿੱਚ ਉਹਨਾਂ ਨੂੰ ਇਸ ਤੋਂ ਜ਼ਿਆਦਾ ਤਾਂ ਮਜ਼ਦੂਰੀ ਮਿਲਦੀ ਸੀ ਜਿੰਨੀ ਕਿ ਉਹਨਾਂ ਨੂੰ ਖੇਤਾਂ ਤੋਂ ਮਿਲਦੀ ਸੀ, ਠੀਕ ਹੈ, ਖੇਤੀ ਦੇ ਕੰਮ ਕਰਕੇ। ਤਾਂ ਇਸ ਕਰਕੇ ਉਹਨਾਂ ਨੇ ਸਸਤੀ ਮਜ਼ਦੂਰੀ ਦੇ ਵਿੱਚ ਵੀ ਕੰਮ ਕਰਨਾ ਸਟਾਰਟ ਕਰਤਾ। ਲਗਾਤਾਰ ਯੁੱਧ। ਹੁਣ ਯੂਰਪ ਦੇ ਵਿੱਚ ਕਾਫੀ ਸਾਰੇ ਯੁੱਧ ਲੜੇ ਜਾ ਰਹੇ ਸੀਗੇ, ਇਸ ਕਰਕੇ ਜਿਹੜੀ ਸੀਗੀ ਡਿਮਾਂਡ ਬਹੁਤ ਜ਼ਿਆਦਾ ਸੀ ਚੀਜ਼ਾਂ ਦੀ, ਇੰਨੀਆਂ ਪੂਰਤੀ ਨਹੀਂ ਸੀ ਹੋ ਰਹੀਆਂ। ਜਦੋਂ ਕ੍ਰਾਂਤੀ ਆ ਗਈ ਤਾਂ ਪ੍ਰੋਡਕਸ਼ਨ ਬਹੁਤ ਜ਼ਿਆਦਾ ਵੱਧ ਗਿਆ, ਇਸ ਕਰਕੇ ਜਿਹੜਾ ਸੀਗਾ ਨਵੀਆਂ ਨਵੀਆਂ ਕਾਢਾਂ ਕਰਕੇ ਜਿਹੜਾ ਸੀਗਾ ਬਹੁਤ ਜ਼ਿਆਦਾ ਜ਼ਰੂਰਤਾਂ ਦੀ ਪੂਰਤੀ ਹੋਣੀ ਸਟਾਰਟ ਹੋ ਗਈ। ਫਿਊਡਲਿਜ਼ਮ ਦਾ ਅੰਤ, ਸਾਮੰਤਵਾਦ ਦਾ ਅੰਤ। ਯੂਰਪ ਦੇ ਵਿੱਚ ਸਾਮੰਤਵਾਦ ਦਾ ਅੰਤ ਹੋਣਾ ਸਟਾਰਟ ਹੋ ਗਿਆ। ਆਪਾਂ ਪਿੱਛੇ ਰਿਨਾਇਸੈਂਸ, ਰਿਫੋਰਮੇਸ਼ਨ ਵਾਲੇ ਕੌਨਸੈਪਟ 'ਚ ਪੜ੍ਹਿਆ ਕਿ ਸਾਮੰਤਾਂ ਦੀ ਜਿਹੜੀ ਹੈਗੀ ਆ ਆਰਥਿਕ ਸਥਿਤੀ ਜਿਹੜੀ ਸੀਗੀ ਨੀਚੇ ਹੋਣੀ ਸਟਾਰਟ ਹੋ ਗਈ। ਇਸ ਕਰਕੇ ਜਿਹੜਾ ਹੈ ਉਹਨਾਂ ਨੂੰ ਇਹ ਹੋ ਗਿਆ ਕਿ ਹੁਣ ਅਸੀਂ ਕਰੀਏ ਤਾਂ ਕਰੀਏ ਕੀ, ਸਾਡਾ ਜਿਹੜਾ ਹੈ ਇਨਕਮ ਸੋਰਸ ਬੰਦ ਹੋ ਗਏ। ਤਾਂ ਜਿੰਨਾ ਵੀ ਪੈਸਾ ਉਹਨਾਂ ਕੋਲ ਸੀ ਉਹਨਾਂ ਨੇ ਉਦਯੋਗਾਂ 'ਚ ਇਨਵੈਸਟ ਕਰਨਾ ਸਟਾਰਟ ਕਰਤਾ। 3-4 ਸਾਮੰਤ ਮਿਲ ਕੇ ਜਿਹੜਾ ਸੀ ਉਹ ਇਕੱਠੇ ਉਦਯੋਗ ਲਗਾ ਦਿੰਦੇ ਸੀ ਅਤੇ ਆਪਸ ਦੇ ਵਿੱਚ ਜਿਹੜਾ ਹਿੱਸਾ ਆਉਂਦਾ ਸੀ ਉਹ ਵੰਡ ਲੈਂਦੇ ਸੀ, ਠੀਕ ਹੈ। ਰਾਸ਼ਟਰੀ ਭਾਵਨਾ ਦਾ ਵਿਕਾਸ। ਹੁਣ ਇੰਗਲੈਂਡ ਦੀ ਕ੍ਰਾਂਤੀ, ਫਰਾਂਸ ਦੀ ਕ੍ਰਾਂਤੀ, ਅਮਰੀਕਾ ਦੀ ਕ੍ਰਾਂਤੀ ਦੇ ਨਾਲ ਕੀ ਹੋਇਆ, ਯੂਰਪ ਦੇ ਦੇਸ਼ਾਂ ਦੇ ਵਿੱਚ ਲੋਕਾਂ ਦੇ ਅੰਦਰ ਅੰਤਰਰਾਸ਼ਟਰੀ ਭਾਵਨਾ ਦਾ ਸੰਚਾਰ ਕਰ ਦਿੱਤਾ ਗਿਆ, ਜਿਸ ਕਰਕੇ ਸਿੱਖਿਆ ਜਿਹੜੀ ਸੀ ਹੋਰ ਵਿਕਸਿਤ ਹੋ ਗਈ ਅਤੇ ਲੋਕ ਜਿਹੜੇ ਸੀਗੇ ਉਹ ਡਿਵੈਲਪਮੈਂਟ ਵੱਲ ਜਾਣ ਲੱਗ ਗਏ, ਅਤੇ ਉਹਨਾਂ ਨੂੰ ਇਹ ਮਹਿਸੂਸ ਹੋਇਆ ਕਿ ਜਿਹੜਾ ਹੈ ਇੰਡਸਟਰੀਜ਼ ਦੇ ਨਾਲ ਕੰਮ ਕਰਨਾ ਜਿਹੜਾ ਹੈ ਵਧੀਆ। ਦੂਜੀ ਗੱਲ ਹੈਗੀ ਹੈ ਕਿ ਮਾਲ ਵੀ ਜਿਹੜਾ ਹੈਗਾ ਸਸਤੇ ਭਾਅ ਮਿਲਦਾ ਹੈ ਹੱਥ ਤੋਂ। ਪਹਿਲਾਂ ਹੱਥਾਂ ਦੇ ਨਾਲ ਸਮਾਨ ਤਿਆਰ ਹੁੰਦਾ ਸੀ, ਬਹੁਤ ਮਹਿੰਗਾ ਵਿਕਦਾ ਸੀਗਾ, ਲੇਕਿਨ ਇੰਡਸਟਰੀਜ਼ ਦੇ ਨਾਲ ਕੀ ਹੋਇਆ, ਮਸ਼ੀਨਾਂ ਕੰਮ ਕਰਦੀਆਂ ਸੀ ਤਾਂ ਬਲਕ ਦੇ ਉੱਤੇ ਕਾਫੀ ਵੱਡੀ ਮਾਤਰਾ 'ਚ ਸਮਾਨ ਤਿਆਰ ਹੁੰਦਾ ਸੀ ਜੋ ਕਿ ਸਸਤਾ ਹੁੰਦਾ ਸੀ। ਧਨ ਦੀ ਅਧਿਕਤਾ।
ਯੂਰਪ ਵਿੱਚ ਸਾਮੰਤਵਾਦ ਦੇ ਪਤਨ ਦੇ ਕਰਕੇ, ਵਪਾਰਕ ਵਿਕਾਸ ਦੇ ਕਰਕੇ ਧਨੀ ਵਰਗਾਂ ਦੇ ਲੋਕਾਂ ਕੋਲ ਪੈਸੇ ਦੀ ਜਿਹੜੀ ਸੀਗੀ ਅਧਿਕਤਾ ਹੋ ਗਈ ਅਤੇ ਉਹਨਾਂ ਨੇ ਚੰਗੇ ਪਾਸੇ ਬੁੱਧੀ ਦੇ ਨਾਲ ਜਿਹੜਾ ਹੈ, ਰੁਚੀ ਦੇ ਨਾਲ ਜਿਹੜਾ ਹੈਗਾ ਪੈਸਾ ਇਨਵੈਸਟ ਕਰਨਾ ਸਟਾਰਟ ਕਰਤਾ। ਚੀਜ਼ਾਂ ਦੀ ਮੰਗਾਂ ਵਿੱਚ ਵਾਧਾ। ਹੁਣ ਦੇਖੋ ਯੂਰਪ ਲੋਕ ਜਿਸ ਸਮੇਂ ਅਰਬਾਂ ਦੇ ਸੰਪਰਕ 'ਚ ਆਏ ਨੇ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਅਰਬ ਜਿਹੜੇ ਨੇ ਬਹੁਤ ਵੱਡੀਆਂ ਵੱਡੀਆਂ ਹਵੇਲੀਆਂ 'ਚ ਰਹਿੰਦੇ ਨੇ, ਬੜਾ ਆਲੀਸ਼ਾਨ ਲੈਵਿਸ਼ ਲਾਈਫ ਜਿੰਦੇ ਨੇ, ਤਾਂ ਲਗਜ਼ੀਰੀਅਸ ਲਾਈਫ ਜਿੰਦੇ ਨੇ, ਤਾਂ ਉਹਨਾਂ ਦੇ ਕਰਕੇ ਹੀ ਯੂਰਪੀ ਲੋਕਾਂ ਨੇ ਵੀ ਜਿਹੜਾ ਹੈ ਉਹਨਾਂ ਤੋਂ ਪ੍ਰਭਾਵਿਤ ਹੋ ਗਏ ਅਤੇ ਆਰਾਮ ਅਤੇ ਵਿਲਾਸਤਾ ਵਾਲੀਆਂ ਚੀਜ਼ਾਂ ਉਹਨਾਂ ਨੇ ਪ੍ਰੋਡਕਸ਼ਨ ਕਰਨੀਆਂ ਹੀ ਸਟਾਰਟ ਕਰਤੀਆਂ ਆਪਣੀ ਇੰਡਸਟਰੀਜ਼ ਦੇ ਵਿੱਚ। ਠੀਕ ਹੈ, ਤਾਂ ਇੰਗਲੈਂਡ ਵਿੱਚ ਉਦਯੋਗਿਕ ਕ੍ਰਾਂਤੀ ਦੇ ਸ਼ੁਰੂਆਤ ਦੇ ਕਾਰਨ ਕੀ ਸੀ? ਫਸਟ ਆਫ ਆਲ ਤਾਂ ਵਿਦੇਸ਼ੀ ਮੰਡੀਆਂ ਦੇ ਵਿੱਚ ਅੰਗਰੇਜ਼ੀ ਮਾਲ ਦੀ ਮੰਗ ਜਿਹੜੀ ਸੀ ਉਹ ਵੱਧ ਗਈ। ਇੰਗਲੈਂਡ ਵਿੱਚ ਉਦਯੋਗਿਕ ਕ੍ਰਾਂਤੀ ਦਾ ਕਾਰਨ ਕੀ ਸੀ ਕਿ ਉਸ ਟਾਈਮ ਵਿਦੇਸ਼ੀ ਬਸਤੀਆਂ ਦੇ ਵਿੱਚ ਆਪਣੇ ਮਾਲ ਦੀ ਮੰਗ ਜਿਹੜੀ ਸੀ ਪੈਦਾ ਹੋ ਰਹੀ ਸੀ। ਉਸਨੇ ਅਮਰੀਕਾ ਅਤੇ ਏਸ਼ੀਆ ਦੇ ਵਿੱਚ ਵਿਸ਼ਾਲ ਮੰਡੀਆਂ ਕਾਇਮ ਕਰ ਲਈਆਂ ਅਤੇ ਇਹਨਾਂ ਮੰਡੀਆਂ ਦੇ ਰਾਹੀਂ ਉਦਯੋਗਾਂ ਵਿੱਚ ਤਿਆਰ ਕੀਤਾ ਮਾਲ ਜਿਵੇਂ ਕੱਪੜਾ ਹੋ ਗਿਆ, ਇਹ ਸਾਰਾ ਮੰਗਿਆ ਜਾਂਦਾ ਸੀ। ਇਸ ਕਰਕੇ ਜਿਹੜਾ ਇਹ ਕੱਪੜਾ ਸਸਤਾ ਪੈਂਦਾ ਸੀ। ਤਾਂ ਇੰਗਲੈਂਡ ਵਿੱਚ ਉਦਯੋਗਿਕ ਕ੍ਰਾਂਤੀ ਦਾ ਰੀਜ਼ਨ ਇਹ ਵੀ ਸੀ ਕਿ ਅੰਗਰੇਜ਼ੀ ਮਾਲ ਦੀ ਮੰਗ ਹੋਣੀ ਵਿਦੇਸ਼ੀ ਮੰਡੀਆਂ 'ਚ ਵੱਧ ਗਈ ਸੀ। ਸਮੁੰਦਰੀ ਸ਼ਕਤੀ। 17ਵੀਂ 18ਵੀਂ ਸਦੀ ਦੇ ਵਿੱਚ ਯੂਰਪ ਦੇ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਵਪਾਰਕ ਮਾਮਲਿਆਂ ਦੇ ਵਿੱਚ ਈਰਖਾ ਪੈਦਾ ਹੋ ਗਈ ਸੀ। ਫਰਾਂਸ, ਇੰਗਲੈਂਡ, ਸਪੇਨ, ਹਾਲੈਂਡ ਇੱਕ ਦੂਜੇ ਦੇ ਵੈਰੀ ਬਣੇ ਹੋਏ ਸੀ। ਅੰਤ ਦੇ ਵਿੱਚ ਇੰਗਲੈਂਡ ਨੇ ਆਪਣੀ ਸਮੁੰਦਰੀ ਸ਼ਕਤੀ ਜਿਹੜੀ ਸੀਗੀ ਉਹ ਆਪਣੇ ਟਾਪੂ ਜਿਹੜੇ ਸੀਗੇ ਉਹ ਤੋਂ ਸਹਾਰਾ ਲੈ ਕੇ ਇਹਨਾਂ ਨੇ ਆਪਣੀ ਸਮੁੰਦਰੀ ਸ਼ਕਤੀ ਵਿਕਸਿਤ ਕਰਨੀ ਸਟਾਰਟ ਕਰਤੀ, ਜਿਹੜੀ ਕਿ ਫਰਾਂਸ ਨੇ ਵਿਕਸਿਤ ਨਹੀਂ ਸੀ ਕਰੀ ਕਿਉਂਕਿ ਨੇਪੋਲੀਅਨ ਨੇ ਕਰਨ ਨਹੀਂ ਸੀ ਦਿੱਤੀ, ਲੇਕਿਨ ਇੰਗਲੈਂਡ ਨੇ ਆਪਣੀ ਸਮੁੰਦਰੀ ਸ਼ਕਤੀ ਵੀ ਜਿਹੜੀ ਸੀ ਵਿਕਾਸ ਕੀਤੀ, ਜਿਹਦੇ ਨਾਲ ਜਿਹੜਾ ਹੈ ਉਹ ਦੂਜੀ ਕੰਟਰੀਜ਼ ਦੇ ਨਾਲ ਵਪਾਰ ਆਸਾਨੀ ਨਾਲ ਕਰ ਸਕਦਾ ਸੀ। ਤੋਂ ਇਸ ਦੇ ਕਰਕੇ ਉਸਨੂੰ ਬਹੁਤ ਹੀ ਜ਼ਿਆਦਾ ਮਦਦ ਵੀ ਮਿਲੀ ਹੈ। ਰਾਜਨੀਤਿਕ ਸਥਿਰਤਾ ਅਤੇ ਸ਼ਾਂਤੀ। ਇੰਗਲੈਂਡ ਵਿੱਚ ਉਦਯੋਗਿਕ ਕ੍ਰਾਂਤੀ ਦਾ ਇਹ ਵੀ ਕਾਰਨ ਸੀ ਕਿ ਉੱਥੇ ਸਦੀਆਂ ਤੋਂ ਹੀ ਰਾਜਨੀਤਿਕ ਸਥਿਰਤਾ ਸੀ। ਫਰਾਂਸ ਵਾਂਗੂ ਜਿਹੜਾ ਸੀਗਾ ਉੱਥੇ ਰਾਜਨੀਤਿਕ ਕ੍ਰਾਂਤੀ ਨਹੀਂ ਸੀ ਆ ਰਹੀ। ਤਾਂ ਇੰਗਲੈਂਡ ਇੱਕ ਟਾਪੂ ਸੀਗਾ ਜਿਹਦੇ ਵਿੱਚ ਉਹਨਾਂ ਕੋਲ ਸ਼ਕਤੀਸ਼ਾਲੀ ਸਮੁੰਦਰੀ ਸੈਨਾ ਸੀ ਅਤੇ ਜਿਹੜਾ ਸੀ ਉਹਨਾਂ ਤੋਂ ਹਮਲਾ ਵੀ ਨਹੀਂ ਸੀ ਕੋਈ ਕਰਦਾ ਉਹਨਾਂ ਤੋਂ ਡਰ ਦੇ ਕਾਰਨ। ਫਰਾਂਸ ਦੇ ਵਿੱਚ ਕੀ ਹੋ ਰਿਹਾ ਸੀਗਾ, ਫਰਾਂਸ ਦਾ ਨੇਪੋਲੀਅਨ ਆ ਗਿਆ ਸੀਗਾ। ਠੀਕ ਹੈ, ਨੇਪੋਲੀਅਨ ਤੋਂ ਪਹਿਲਾਂ ਵੀ ਬਹੁਤ ਜ਼ਿਆਦਾ ਗੜਬੜ ਚੱਲ ਰਹੀ ਸੀ, ਤਾਂ ਕਰਕੇ ਉੱਥੇ ਕ੍ਰਾਂਤੀ ਨਹੀਂ ਆਈ। ਇੱਥੇ ਕ੍ਰਾਂਤੀ ਤਾਂ ਆਈ ਹੈ ਬਿਕੋਜ਼ ਇੱਥੇ ਸਮੁੰਦਰੀ ਸੈਨਾ ਵੀ ਸੀ, ਸਮੁੰਦਰੀ ਸ਼ਕਤੀ ਇਹਨਾਂ ਨੇ ਮਜ਼ਬੂਤ ਕੀਤੀ ਹੋਈ ਸੀ। ਸੋ ਇਹ ਵੀ ਰੀਜ਼ਨ ਸੀਗਾ ਕਿ ਇੱਥੇ ਕ੍ਰਾਂਤੀ ਜਲਦੀ ਆਈ ਹੈ। ਧਨ ਦੀ ਅਧਿਕਤਾ। ਫਿਰ ਕੁਛ ਇਹ ਸੀਗਾ ਕਿ ਇੰਗਲੈਂਡ ਦੇ ਲੋਕਾਂ ਕੋਲੇ ਪੈਸਾ ਸੀਗਾ, ਤਾਂ ਉਹਨਾਂ ਨੇ 1 2 3 ਇਕੱਠੇ ਹੋ ਕੇ ਲੋਕ ਜਿਹੜਾ ਸੀਗਾ ਉਹ ਫੈਕਟਰੀਆਂ ਖੋਲ੍ਹ ਲੈਂਦੇ ਸੀ। ਦੂਜੀ ਗੱਲ ਹੈਗੀ ਹੈ ਕਿ ਕੋਈ ਭਿਆਨਕ ਯੁੱਧ ਨਹੀਂ ਸੀ ਇਹਨਾਂ ਦੇ ਕੋਲ ਆਇਆ ਅਤੇ ਨਾਲ ਹੀ ਜਿਹੜਾ ਹੈ ਸਮੁੰਦਰੀ ਸ਼ਕਤੀ ਕਰਕੇ, ਕਿਉਂਕਿ ਉਹਨਾਂ ਦੇ ਸਮੁੰਦਰੀ ਜਿਹੜਾ ਏਰੀਆ ਸੀ ਉਹ ਬਹੁਤ ਜ਼ਿਆਦਾ ਪਾਵਰਫੁਲ ਸੀਗੇ, ਵਪਾਰ ਬੜੀ ਈਜ਼ੀਲੀ ਆਸਾਨੀ ਦੇ ਨਾਲ ਸਸਤੇ ਭਾਅ ਹੋ ਜਾਂਦਾ ਸੀ। ਇਸੇ ਕਰਕੇ ਜਿਹੜਾ ਸੀ ਉਹਨਾਂ ਦਾ ਵਿਦੇਸ਼ੀ ਵਪਾਰ ਪ੍ਰਫੁੱਲਤ ਸੀ, ਤਾਂ ਕਰਕੇ ਵੀ ਜਿਹੜਾ ਸੀਗਾ ਉਹਨਾਂ ਦੇ ਏਰੀਆ ਦੇ ਵਿੱਚ ਕ੍ਰਾਂਤੀ ਆਈ। ਇੰਗਲੈਂਡ ਵਿੱਚ ਬੈਂਕਾਂ ਦਾ ਪ੍ਰਬੰਧ ਹੋ ਗਿਆ ਸੀ। ਇੰਗਲੈਂਡ ਵਿੱਚ ਜਿੰਨਾ ਵੀ ਰੁਪਇਆ ਸੀ ਸਧਾਰਨ ਆਦਮੀਆਂ ਕੋਲ ਜ਼ਿਆਦਾ ਹੁੰਦਾ ਸੀ, ਬੈਂਕ 'ਚ ਉਹ ਜਮ੍ਹਾਂ ਕਰ ਦਿੰਦੇ ਸੀ। ਬੈਂਕਾਂ ਦੇ ਵਿੱਚ ਜਦੋਂ ਜਮ੍ਹਾਂ ਕਰਦੇ ਸੀ ਤਾਂ ਜਿਨ੍ਹਾਂ ਨੇ ਕਰਜ਼ਾ ਲੈਣਾ ਹੁੰਦਾ ਸੀ ਉਹਨਾਂ ਨੂੰ ਵੀ ਜਲਦੀ ਕਰਜ਼ਾ ਮਿਲ ਜਾਂਦਾ ਸੀ। ਇਨਵੈਸਟਮੈਂਟ ਵੀ ਲੋਕ ਕਰਦੇ ਸੀ ਅਤੇ ਕਰਜ਼ਾ ਵੀ ਲੈ ਰਹੇ ਸੀਗੇ। ਠੀਕ ਹੈ, ਉਦਯੋਗ ਸਥਾਪਿਤ ਕਰਨ ਲਈ। ਮਤਲਬ ਇਹ ਲਗਾਓ ਕਿ ਕੁਝ ਲੋਕ ਇਕੱਠੇ ਹੋ ਕੇ ਜਿਹੜਾ ਹੈ ਪੈਸਾ ਕਰਜ਼ਾ ਲੈਂਦੇ ਸੀ, ਕੁਝ ਆਪਣਾ ਇਨਵੈਸਟ ਕਰਦੇ ਸੀ ਅਤੇ ਉਦਯੋਗ ਖੋਲ੍ਹ ਲੈਂਦੇ ਸੀਗੇ, ਹੈ ਨਾ। ਤਾਂ ਇਸ ਕਰਕੇ ਜਿਹੜਾ ਹੈ ਇੰਗਲੈਂਡ 'ਚ ਕ੍ਰਾਂਤੀ ਆਈ। ਕੱਚੇ ਮਾਲ ਦੀ ਪ੍ਰਾਪਤੀ। ਲੋਹਾ, ਕੋਲਾ ਅਤੇ ਪੂੰਜੀ ਤੋਂ ਬਿਨਾਂ ਉਦਯੋਗ ਜਿਹੜੇ ਨੇ ਉਹ ਨਹੀਂ ਡਿਵੈਲਪ ਹੋ ਸਕਦੇ, ਲੇਕਿਨ ਇੰਗਲੈਂਡ ਵਿੱਚ ਜਿਹੜਾ ਸੀਗਾ ਪਹਿਲਾਂ ਵਾੜੇ ਦੀ ਪ੍ਰਥਾ ਸੀਗੀ, ਇਸ ਕਰਕੇ ਭੇਡਾਂ ਤੋਂ ਚੰਗੀ ਉੱਨ ਪ੍ਰਾਪਤ ਕੀਤੀ ਜਾਂਦੀ ਸੀ। ਸੋ ਇਸ ਕਰਕੇ ਉੱਨ ਦਾ ਪ੍ਰਬੰਧ ਬਹੁਤ ਜ਼ਿਆਦਾ ਸੀ। ਮਤਲਬ ਇੰਗਲੈਂਡ ਵਿੱਚ ਰਿਸੋਰਸਿਸ ਵੀ ਬਹੁਤ ਜ਼ਿਆਦਾ ਸੀਗੇ। ਹੁਣ ਕੱਪੜਾ ਵੀ ਬੜਾ ਵਧੀਆ ਤਿਆਰ ਹੁੰਦਾ ਸੀ, ਉੱਨ ਵੀ ਬੜੀ ਵਧੀਆ ਤਿਆਰ ਹੁੰਦੀ ਸੀ ਕਿਉਂਕਿ ਉਹਨਾਂ ਕੋਲ ਆਪਦੇ ਰਿਸੋਰਸਿਸ ਬਹੁਤ ਤਗੜੇ ਸੀ। ਠੀਕ ਹੈ, ਸੋ ਕੱਚੇ ਮਾਲ ਦੀ ਪ੍ਰਾਪਤੀ ਉਹਨਾਂ ਦੇ ਆਪਦੇ ਦੇਸ਼ 'ਚ ਹੋ ਰਹੀ ਸੀਗੀ, ਤਾਂ ਕਰਕੇ ਉਹਨਾਂ ਦਾ ਰਾ ਮਟੀਰੀਅਲ ਕੱਚਾ ਮਾਲ ਤਾਂ ਆਪਣੇ ਹੀ ਦੇਸ਼ ਤੋਂ ਹੋ ਰਿਹਾ, ਤਾਂ ਕਰਕੇ ਆਸਾਨੀ ਦੇ ਨਾਲ ਪ੍ਰੋਡਕਸ਼ਨ ਜਿਹੜੀ ਸੀ ਈਜ਼ੀਲੀ ਸਸਤੇ ਭਾਅ ਹੋ ਰਹੀ ਸੀ ਅਤੇ ਬਾਹਰਲੇ ਦੇਸ਼ਾਂ ਦੇ ਵਿੱਚ ਇਹ ਮਹਿੰਗੇ ਮੁੱਲ 'ਚ ਵੇਚਦੇ ਸੀ। ਸੋ ਤਾਂ ਕਰਕੇ ਵੀ ਇਹਨਾਂ ਦੇ ਕ੍ਰਾਂਤੀ ਆਉਣੀ ਲਾਜ਼ਮੀ ਸੀ। ਇੱਕ ਰੀਜ਼ਨ ਇਹ ਵੀ ਸੀ। ਮਜ਼ਦੂਰਾਂ ਦੀ ਅਧਿਕਤਾ। ਇੰਗਲੈਂਡ ਵਿੱਚ ਸਾਮੰਤਸ਼ਾਹੀ ਜਿਹੜੀ ਸੀ ਬਾਕੀ ਦੇਸ਼ਾਂ ਤੋਂ ਪਹਿਲਾਂ ਹੀ ਖਤਮ ਹੋ ਗਈ। ਠੀਕ ਹੈ, ਜਿਹੜੇ ਫਿਊਡਲ ਲੋਕ ਸੀ, ਸਾਮੰਤ ਸੀ, ਜਾਗੀਰਦਾਰ, ਉਹ ਪਹਿਲਾਂ ਹੀ ਖਤਮ ਹੋ ਗਏ। ਇਸ ਕਰਕੇ ਜਿਹੜੇ ਭੂਮੀਦਾਸ ਸੀਗੇ, ਠੀਕ ਹੈ, ਭੂਮੀ ਦੇ ਅੰਦਰ ਕੰਮ ਕਰਦੇ ਸੀ, ਤਾਂ ਉਹਨਾਂ ਨੂੰ ਜਿਹੜੀ ਸੀ ਆਜ਼ਾਦੀ ਮਿਲ ਗਈ, ਉਹ ਜਿੱਥੇ ਮਰਜ਼ੀ ਆ ਜਾ ਸਕਦੇ ਸੀਗੇ ਕਿਉਂਕਿ ਉੱਥੇ ਜਿਹੜਾ ਸੀ ਗੁਲਾਮ ਪ੍ਰਥਾ ਵੀ ਅੰਤ ਹੋ ਗਿਆ ਸੀ। ਇਸ ਕਰਕੇ ਇਸ ਕ੍ਰਾਂਤੀ ਨੇ ਜਿਹੜੀ ਸੀ ਕਈ ਛੋਟੇ ਕਿਸਾਨਾਂ ਨੂੰ, ਮਜ਼ਦੂਰਾਂ ਨੂੰ ਖਾਲੀ ਕਰ ਦਿੱਤਾ ਅਤੇ ਜਿਹੜੇ ਕਿ ਕਾਰਖਾਨਿਆਂ 'ਚ ਕੰਮ ਕਰ ਸਕਦੇ ਸੀ। ਤਾਂ ਲੋਕ ਜਿਹੜੇ ਸੀ ਵਿਹਲੇ ਸੀਗੇ, ਇਸ ਕਰਕੇ ਉੱਥੇ ਕਾਫੀ ਸਾਰੀਆਂ ਚੀਜ਼ਾਂ ਸੀਗੀਆਂ ਇਨਵੋਲਵਡ, ਇਸ ਕਰਕੇ ਜਿਹੜੀ ਸੀ ਇੱਥੇ ਕ੍ਰਾਂਤੀ ਆਈ ਆ। ਵਿਗਿਆਨਕ ਕਾਢਾਂ ਦੀ ਵਰਤੋਂ। ਹੁਣ ਇੰਗਲੈਂਡ ਦੇ ਵਿੱਚ ਬਾਕੀ ਦੇਸ਼ਾਂ ਤੋਂ ਪਹਿਲਾਂ ਉਦਯੋਗਿਕ ਕ੍ਰਾਂਤੀ ਆਉਣ ਦਾ ਰੀਜ਼ਨ ਇਹ ਵੀ ਸੀ ਕਿ ਉੱਥੋਂ ਦੇ ਲੋਕ ਜਿਹੜੇ ਸੀਗੇ ਬੁੱਧੀਧਾਰੀ ਸੀ,
ਸਾਇੰਸ ਦੀਆਂ ਖੋਜਾਂ ਉਹ ਕਰ ਰਹੇ ਸੀ ਅਤੇ ਉਹਨਾਂ ਨੇ ਜਿਹੜਾ ਸੀਗਾ ਸਮਰੱਥਾ ਅਤੇ ਯੋਗਤਾ ਉਹਨਾਂ ਦੀ ਬਾਕੀ ਦੇਸ਼ਾਂ ਦੇ ਲੋਕਾਂ ਤੋਂ ਜ਼ਿਆਦਾ ਸੀ। ਇਸ ਕਰਕੇ ਵੀ ਜਿਹੜਾ ਅਗਰ ਬੁੱਧੀਮਾਨ ਲੋਕ ਜ਼ਿਆਦਾ ਹੋਣ ਤਾਂ ਉਹ ਕੰਟਰੀ ਜਲਦੀ ਜਿਹੜੀ ਹੈਗੀ ਡਿਵੈਲਪ ਕਰਦੀ ਹੈ। ਬਿਜਲੀ ਪੈਦਾ ਕਰਨ ਲਈ ਨਦੀਆਂ ਦਾ ਹੋਣਾ। ਹੁਣ ਦੂਜੀ ਪਾਸੇ ਕੀ ਹੈਗਾ ਕਿ ਇੰਗਲੈਂਡ ਦੇ ਵਿੱਚ ਪਹਿਲਾਂ ਕੋਲੇ ਨਾਲ ਉਦਯੋਗ ਚੱਲਦੇ ਰਹੇ, ਫਿਰ ਬਿਜਲੀ ਦੀ ਵਰਤੋਂ ਹੋਣ ਲੱਗ ਗਈ ਅਤੇ ਬਿਜਲੀ ਕਿੱਥੋਂ ਯੂਜ਼ ਹੁੰਦੀ ਸੀਗੀ, ਕਿੱਥੋਂ ਲਈ ਜਾਂਦੀ ਸੀ? ਨਦੀਆਂ ਇੰਗਲੈਂਡ ਦੀਆਂ ਆਪਣੀਆਂ ਸੀ। ਠੀਕ ਹੈ, ਸੋ ਕੁਦਰਤੀ ਜਿਹੜੀਆਂ ਨਦੀਆਂ ਸੀ ਇੱਥੇ ਹੈਗੀਆਂ ਸੀ, ਤਾਂ ਕਰਕੇ ਸਸਤੀ ਬਿਜਲੀ ਪੈਦਾ ਕੀਤੀ ਜਾ ਸਕਦੀ ਸੀ। ਅੰਗਰੇਜ਼ਾਂ ਦਾ ਆਚਰਣ। ਹੁਣ ਦੇਖੋ ਜਿਹੜੇ ਵੀ ਇੰਗਲੈਂਡ ਦੇ ਅੰਦਰ ਲੋਕ ਸੀ ਉਹ ਬਹੁਤ ਸਾਹਸੀ ਸੀ ਅਤੇ ਸਾਰਾ ਦਿਨ ਆਪਣੇ ਕੰਮ 'ਚ ਜੁਟੇ ਰਹਿੰਦੇ ਸੀ। ਸੋ ਸਾਹਸ ਦੀ ਭਾਵਨਾ ਨੂੰ ਕੁੱਟ ਕੇ ਬੜੀ ਸੀ, ਮਤਲਬ ਉਹ ਜੋਸ਼ ਦੇ ਨਾਲ ਕੰਮ ਕਰਦੇ ਸੀਗੇ। ਅਨੁਕੂਲ ਜਲਵਾਯੂ। ਕਲਾਈਮੇਟ ਬਹੁਤ ਅੱਛਾ ਸੀਗਾ ਇੰਗਲੈਂਡ ਦਾ, ਸਮੁੰਦਰ ਦੇ ਬਿਲਕੁਲ ਨੇੜੇ ਸੀ, ਇਸ ਕਰਕੇ ਜਿਹੜਾ ਹੈ ਪੌਣ ਪਾਣੀ ਸੂਤੀ ਕੱਪੜੇ ਲਈ ਵੀ ਬਹੁਤ ਜ਼ਿਆਦਾ ਅੱਛਾ ਸੀ। ਕੁਛ ਉਹਨਾਂ ਦੇ ਭੇਡਾਂ ਬਹੁਤ ਜ਼ਿਆਦਾ ਏਰੀਆਜ਼ 'ਚ ਪਾਲੀਆਂ ਹੋਈਆਂ ਸੀ, ਉੱਨ ਦਾ ਕੱਪੜਾ ਵੀ ਤਿਆਰ, ਉੱਨ ਦਾ ਮਟੀਰੀਅਲ ਵੀ ਤਿਆਰ ਹੋ ਰਿਹਾ ਸੀ। ਸੋ ਤਾਂ ਕਰਕੇ ਜਿਹੜੀ ਸੀ ਕ੍ਰਾਂਤੀ ਨੂੰ ਜੋਸ਼ ਮਿਲਿਆ। ਮੁੱਖ ਖੋਜਾਂ। ਹੁਣ ਜਿਹੜੀਆਂ ਉਦਯੋਗਿਕ ਕ੍ਰਾਂਤੀ 'ਚ ਮੁੱਖ ਖੋਜਾਂ ਕਿਹੜੀਆਂ ਹੋਈਆਂ? ਫਸਟ ਆਫ ਆਲ ਤਾਂ ਕੱਪੜੇ ਦੇ ਉਦਯੋਗਾਂ ਲਈ ਖੋਜਾਂ। ਕੱਪੜੇ ਦੇ ਉਦਯੋਗ, ਕਿਉਂਕਿ ਭਾਰਤ ਵਿੱਚੋਂ ਇੰਗਲੈਂਡ ਵਿੱਚ ਢਾਕੇ ਦੀ ਮਲਮਲ ਮਿਲ ਜਾਂਦੀ ਸੀ। ਠੀਕ ਹੈ, ਤਾਂ ਇੰਗਲੈਂਡ ਕੀ ਕਰਦਾ ਸੀ, ਭਾਰਤ ਦੇ ਵਿੱਚੋਂ ਭਾਰਤ ਦਾ ਏਰੀਆ ਸੀ ਢਾਕਾ, ਤਾਂ ਇੱਥੋਂ ਦੀ ਮਲਮਲ ਬਹੁਤ ਵਧੀਆ ਮਿਲ ਜਾਂਦੀ ਸੀ ਅਤੇ ਜੋ ਕਿ ਜਿਹੜੀ ਹੈਗੀ ਆ ਬਹੁਤ ਹੀ ਜ਼ਿਆਦਾ ਸਾਰੇ ਕਿਤੇ ਵਰਲਡ ਫੇਮਸ ਸੀ। ਤਾਂ ਇੰਗਲੈਂਡ ਵਿੱਚ ਸੂਤੀ ਕੱਪੜੇ ਪਾਉਣ ਦਾ ਫੈਸ਼ਨ ਤਾਂ ਪਹਿਲਾਂ ਹੀ ਚੱਲ ਰਿਹਾ ਸੀ, ਇਸ ਕਰਕੇ ਜਿਹੜਾ ਹੈ ਪਹਿਲਾਂ ਜਿਹੜਾ ਹੱਥ ਨਾਲ ਕੱਪੜਾ ਤਿਆਰ ਹੁੰਦਾ ਸੀ ਉਹ ਥੋੜ੍ਹਾ ਵੀ ਮਿਲਦਾ ਸੀ ਅਤੇ ਨਾਲੇ ਮਹਿੰਗਾ ਵੀ ਮਿਲਦਾ ਸੀ। ਫਿਰ ਇੱਥੇ ਇੰਗਲੈਂਡ ਨੇ ਜਿਹੜਾ ਹੈ ਆਪਣੀਆਂ ਮਸ਼ੀਨਾਂ ਜਦੋਂ ਬਣਾਈਆਂ ਕੱਪੜੇ ਦੇ ਉਦਯੋਗ ਦੀਆਂ, ਤਦ ਇੱਥੇ ਜਿਹੜਾ ਹੈ ਇਹ ਢਾਕਾ ਰਾਹੀਂ ਜਿਹੜਾ ਸੀ ਭਾਰਤ ਤੋਂ ਮਾਲ ਲੈ ਕੇ ਜਾਂਦੇ ਸੀ। ਠੀਕ ਹੈ, ਕੱਪੜੇ ਦਾ, ਅਤੇ ਨਾਲ ਹੀ ਜਿਹੜਾ ਹੈਗਾ ਈਜ਼ੀ ਵੇ ਦੇ ਨਾਲ ਉਸਨੂੰ ਤਿਆਰ ਕਰ ਲੈਂਦੇ ਸੀ, ਬਾਕੀ ਦੇਸ਼ਾਂ ਦੇ ਵਿੱਚ ਵੇਚਦੇ ਸੀ, ਜੋ ਕਿ ਬਹੁਤ ਹੀ ਜ਼ਿਆਦਾ ਫੇਮਸ ਹੁੰਦਾ ਸੀ। ਸਪਿਨਿੰਗ ਜੈਨੀ ਦੀ ਖੋਜ ਹੋ ਗਈ 1767 ਦੇ ਵਿੱਚ। ਸਪਿਨਿੰਗ ਜੈਨੀ ਸਪਿਨ ਕਰਨ ਵਾਲਾ। ਠੀਕ ਹੈ, ਤਾਂ ਇਹ ਮਸ਼ੀਨ ਦਾ ਇੱਕੋ ਹੀ ਤਕਲਾ ਹੁੰਦਾ ਸੀ, ਜਿਸ ਦੇ ਕਰਕੇ ਇੱਕੋ ਹੀ ਸਮੇਂ ਬਹੁਤ ਸਾਰਾ ਧਾਗਾ ਕੱਤਿਆ ਜਾਂਦਾ ਸੀ। ਫਿਰ ਗਰੀਵਜ਼ ਨੇ ਇੱਕ ਮਸ਼ੀਨ ਬਣਾਈ ਜਿਸ ਦਾ ਨਾਮ ਰੱਖਿਆ ਸਪਿਨਿੰਗ ਜੈਨੀ। ਤਾਂ ਇਹ ਜਿਹੜੀ ਹੈ 8 ਤਕਲਿਆਂ ਨਾਲ 8 ਧਾਗੇ ਜਿਹੜੇ ਇਕੱਠੇ ਕੱਤ ਦਿੰਦੀ ਸੀ, ਇਸ ਕਰਕੇ 8 ਗੁਣਾ ਧਾਗਾ, ਪਹਿਲਾਂ ਇੱਕ ਧਾਗਾ ਤਿਆਰ ਹੁੰਦਾ ਸੀਗਾ ਇੱਕ ਟਾਈਮ ਦੇ ਵਿੱਚ, ਹੁਣ 8-8 ਧਾਗੇ ਇਕੱਠੇ ਤਿਆਰ ਹੋਣ ਲੱਗ ਗਏ। ਤਾਂ ਇਹਦੇ ਨਾਲ ਕੀ ਹੋਇਆ, ਕਿਉਂਕਿ ਇਹ ਧਾਗੇ ਇਕੱਠੇ ਹੋ ਕੇ ਜਿਹੜੇ ਹੈਗੇ, ਜਿੰਨੇ ਧਾਗੇ ਇਕੱਠੇ ਹੋ ਕੇ ਜਿਹੜੇ ਹੈਗੇ ਨੇ ਕੱਪੜਾ ਕੱਤਿਆ ਜਾਂਦਾ ਸੀ। ਲੇਕਿਨ ਪਹਿਲਾਂ ਕੀ ਹੈ, ਇੱਕ ਨੂੰ ਬਹੁਤ ਜ਼ਿਆਦਾ ਟਾਈਮ ਲੱਗਦਾ ਸੀ ਧਾਗੇ ਨੂੰ, ਹੁਣ ਇੰਨੇ ਸਾਰੇ ਧਾਗੇ ਜਿਹੜੇ ਇਕੱਠੇ 8 ਜਿਹੜੇ ਸੀਗੇ ਤਿਆਰ ਹੋਣ ਲੱਗੇ, ਜਿਸ ਦੇ ਨਾਲ ਸਪਿਨਿੰਗ ਜੈਨੀ ਦੀ ਜਿਹੜੀ ਖੋਜ ਹੋਈ ਸੀ ਉਹਦੇ ਕਰਕੇ ਬਹੁਤ ਜਲਦੀ ਕੱਪੜਾ ਤਿਆਰ ਹੋਣਾ ਸਟਾਰਟ ਹੋ ਗਿਆ। ਸਪਿਨਿੰਗ ਫਰੇਮ ਜਾਂ ਵਾਟਰ ਫਰੇਮ 1769 ਦੇ ਵਿੱਚ ਇਸ ਦੀ ਜਿਹੜੀ ਹੈਗੀ ਹੈ ਖੋਜ ਕੀਤੀ ਗਈ। ਜਿਹੜਾ ਹੁਣ ਸੀਗਾ ਕੱਪੜਾ, ਉਹ ਜਿਹੜੀਆਂ ਚੀਜ਼ਾਂ ਸੀਗੀਆਂ ਉਹ ਵਾਟਰ ਫਰੇਮ ਮਸ਼ੀਨਾਂ ਦੇ ਨਾਲ ਜਿਹੜਾ ਸੀਗਾ ਆਸਾਨੀ ਨਾਲ ਸੂਤ ਕੱਤਿਆ ਜਾ ਸਕਦਾ ਸੀ ਅਤੇ ਇਸ ਨੂੰ ਘੁਮਾ ਕੇ ਆਸਾਨੀ ਦੇ ਨਾਲ ਸੂਤ ਪੱਕਾ ਕਰ ਲਿਆ ਜਾਂਦਾ ਸੀਗਾ। ਫਲਾਈਂਗ ਸ਼ਟਲ 1773 ਦੇ ਵਿੱਚ ਸਰ ਜੌਨ ਕੇ ਨੇ ਜਿਹੜਾ ਸੀਗਾ ਇਹ ਤਿਆਰ ਕੀਤਾ। ਅਤੇ ਫਲਾਈਂਗ ਸ਼ਟਲ, ਇਸ ਦੇ ਨਾਲ ਕੱਪੜੇ ਦੀ ਜਿਹੜੀ ਬੁਣਨ ਦੀ ਰਫਤਾਰ ਸੀ ਉਹ ਬਹੁਤ ਜ਼ਿਆਦਾ ਦੁੱਗਣੀ ਸੀ ਅਤੇ ਬਹੁਤ ਚੌੜਾ ਕੱਪੜਾ ਜਿਹੜਾ ਸੀਗਾ ਧੰਦਿਆ ਜਾ ਸਕਦਾ ਸੀ। ਸਪਿਨਿੰਗ ਮੈਨੂਅਲ ਤਾਂ 1779 ਦੇ ਵਿੱਚ ਸੈਮੂਅਲ ਕ੍ਰੰਪਟਨ ਨੇ ਸਪਿਨਿੰਗ ਮੈਨੂਅਲ ਨਾਂ ਦੀ ਮਸ਼ੀਨ ਦੀ ਖੋਜ ਕੀਤੀ, ਜਿਹੜੀ ਕਿ ਬਹੁਤ ਉਪਯੋਗੀ ਸੀ, ਬਹੁਤ ਸੋਹਣਾ ਕੱਪੜਾ ਤਿਆਰ ਕੀਤਾ ਜਾਂਦਾ ਸੀ। ਤਾਂ ਇਹਨਾਂ ਨੇ ਫਸਟ ਆਫ ਆਲ ਡਿਵੈਲਪਮੈਂਟ ਜਿਹੜੀ ਕੀਤੀ ਹੈ ਸੂਤੀ ਕੱਪੜੇ 'ਚ ਕੀਤੀ ਹੈ ਅਤੇ ਉੱਨ ਦੀਆਂ ਚੀਜ਼ਾਂ 'ਚ ਕੀਤੀ ਹੈ। ਠੀਕ ਹੈ, ਪਾਵਰਲੂਮ ਤਾਂ ਪਾਵਰਲੂਮ ਦੀ ਖੋਜ ਹੋਈ ਹੈ 1785 ਦੇ ਵਿੱਚ। ਐਡਮੰਡ ਕਾਰਟਰਾਈਟ ਨੇ ਕੱਪੜਾ ਬੁਣਨ ਲਈ ਇੱਕ ਮਸ਼ੀਨ ਜਿਹੜੀ ਹੈਗੀ ਹੈ ਉਹ ਤਿਆਰ ਕੀਤੀ, ਜਿਹੜੀ ਘੋੜੇ ਦੀ ਸ਼ਕਤੀ ਦੇ ਨਾਲ ਚੱਲਦੀ ਸੀ ਅਤੇ ਨਾਲ ਹੀ ਜਿਹੜਾ ਹੈਗਾ ਭਾਫ ਦੇ ਨਾਲ ਬਾਅਦ 'ਚ ਇਹ ਚੱਲਣ ਲੱਗ ਗਈ। ਉਸ ਤੋਂ ਬਾਅਦ 'ਚ ਕਾਟਨ ਜਿਨ 1793 ਵਿੱਚ ਇੱਕ ਅਮਰੀਕਨ ਵਿਟਨੇ ਨੇ ਮਸ਼ੀਨ ਬਣਾਈ ਜਿਸ ਨੂੰ ਕਾਟਨ ਜਿਨ ਕਿਹਾ ਜਾਂਦਾ ਸੀ, ਅਤੇ ਕਪਾਹ ਦੇ ਵਿੱਚੋਂ ਵੜੇਵੇਂ ਜਿਹੜੇ ਬੀਜ ਹੁੰਦੇ ਆ ਉਹ ਵੀ ਅਲੱਗ ਕੀਤੇ ਜਾਂਦੇ ਸੀ ਅਤੇ ਇਸ ਦੇ ਨਾਲ ਬਹੁਤ ਹੀ ਜ਼ਿਆਦਾ ਉੱਨਤੀ ਹੋਈ ਸੂਤੀ ਕੱਪੜੇ ਦੇ ਵਿੱਚ। ਮਸ਼ੀਨਾਂ ਨੂੰ ਚਲਾਉਣ ਲਈ ਭਾਫ ਦੀ ਵਰਤੋਂ ਹੋਣ ਲੱਗ ਗਈ। ਉਦਯੋਗਿਕ ਕ੍ਰਾਂਤੀ ਦੇ ਵਿੱਚ ਜਿਹੜਾ ਹੈ ਭਾਫ ਵਾਲੇ ਇੰਜਨ ਦੀ ਖੋਜ ਵੀ ਇੱਕ ਨੀਂਹ ਪੱਥਰ ਸੀ। ਸਭ ਤੋਂ ਪਹਿਲਾਂ ਜਿਹੜਾ ਸੀਗਾ ਭਾਫ ਨਾਲ ਚੱਲਣ ਵਾਲਾ ਇੰਜਨ ਨਿਊਕਾਸਨ ਨੇ ਬਣਾਇਆ ਸੀ, ਲੇਕਿਨ ਇਹ ਜਿਹੜਾ ਹੈ ਕੋਲੇ ਦੀਆਂ ਖਾਣਾਂ ਦੇ ਵਿੱਚ ਪਾਣੀ ਕੱਢਣ ਦੇ ਲਈ ਪਹਿਲਾਂ ਯੂਜ਼ ਕੀਤਾ ਜਾਂਦਾ ਸੀ ਅਤੇ ਫਿਰ ਜਿਹੜਾ ਹੈਗਾ ਇਸ ਨੂੰ ਹਰ ਥਾਂ ਕਿਤੇ ਵੀ ਵਰਤ ਸਕਦੇ ਸੀ। ਪਰ ਫਿਰ ਜੇਮਸ ਵਾਟ ਨੇ ਜਿਹੜਾ ਸੀਗਾ ਇੱਕ ਇੰਜਨ ਹੋਰ ਵਧੀਆ ਬਣਾਇਆ ਅਤੇ ਮੇਨਲੀ ਜਿਹੜਾ ਹੈਗਾ ਇਹਨਾਂ ਨੇ ਇੰਜਣ ਖਾਣਾ ਦੇ ਵਿੱਚ ਵਰਤਣ ਲਈ ਜਿਹੜਾ ਹੈਗਾ ਯੂਜ਼ ਕੀਤਾ, ਜਿਸ ਦੇ ਨਾਲ ਜਿਹੜੇ ਲੋਕ ਕੰਮ ਕਰਦੇ ਸੀ ਉੱਥੇ ਲੋਹੇ ਦੇ ਕੋਲੇ ਦੀਆਂ ਖਾਣਾਂ ਦੇ ਵਿੱਚ
ਉੱਥੇ ਬਹੁਤ ਹੀ ਜ਼ਿਆਦਾ ਹਾਨੀ ਹੁੰਦੀ ਸੀਗੀ, ਕਈ ਵਾਰ ਹੜ੍ਹ ਆ ਜਾਂਦਾ ਸੀਗਾ। ਸੋ ਇਹਦੇ ਕਰਕੇ ਜਿਹੜਾ ਸੀ ਉਹ ਚੀਜ਼ ਦਾ ਖਤਰਾ ਘਟ ਗਿਆ। ਲੋਹੇ ਅਤੇ ਕੋਲੇ ਦੀ ਉਦਯੋਗ ਵਿੱਚ ਕ੍ਰਾਂਤੀ, ਇੰਜਨ ਅਤੇ ਹੋਰ ਮਸ਼ੀਨਾਂ ਦੇ ਨਾਲ ਜਿਹੜਾ ਹੋ ਗਿਆ ਲੋਹੇ ਦੀ ਮੰਗ ਵੱਧ ਗਈ, ਕਿਉਂਕਿ ਮਸ਼ੀਨਾਂ ਕਿਹਦੀਆਂ ਬਣਨਗੀਆਂ, ਲੋਹੇ ਦੀਆਂ। ਲੋਹੇ ਨੂੰ ਪਿਘਲਾਉਣ ਲਈ ਪਹਿਲਾਂ ਲੱਕੜ ਦੀ ਵਰਤੋਂ ਕੀਤੀ ਜਾਂਦੀ ਸੀ, ਪਰ ਜਿਹੜਾ ਅਬਰਾਹਮ ਡਰਬੀ ਸੀ ਇਸਨੇ ਜਲੇ ਹੋਏ ਕੋਲੇ ਨਾਲ ਲੋਹਾ ਪਿਘਲਾਉਣ ਦਾ ਤਜਰਬਾ ਕੀਤਾ ਤੇ ਜਿਹੜਾ ਹੈਗਾ ਸਫਲ ਰਿਹਾ। ਫਿਰ ਜੌਨ ਸਟੀਮਨ ਨੇ ਜਿਹੜਾ ਹੈ ਡਰਬੀ ਦੁਆਰਾ ਲੋਹਾ ਪਿਘਲਾਉਣ ਦੀ ਵਿਧੀ 'ਚ ਸੁਧਾਰ ਕੀਤਾ ਅਤੇ ਨਵੇਂ ਜਿਹੜੇ ਹੈਗੇ ਸਟੀਲ ਬਣਾਉਣ ਦਾ ਜਿਹੜਾ ਹੈਗਾ ਇਹਨਾਂ ਨੇ ਢੰਗ ਲੱਭ ਲਿਆ। ਅਤੇ ਬਾਅਦ ਵਿੱਚ ਸਟੀਲ ਜਿਹੜਾ ਸੀਗਾ ਇਸ ਦੇ ਨਾਲ ਸਟੀਲ ਨਾਲ ਹਾਰਡ ਜਿਹੜਾ ਸੀਗਾ ਲੋਹਾ ਕੀਤਾ ਜਾਂਦਾ ਸੀ ਅਤੇ ਵੱਡੀਆਂ ਵੱਡੀਆਂ ਮਸ਼ੀਨਾਂ ਜਿਹੜੀਆਂ ਸੀਗੀਆਂ ਯੂਜ਼ ਹੋਣ ਲੱਗ ਗਈਆਂ। ਆਵਾਜਾਈ ਦੇ ਸਾਧਨਾਂ 'ਚ ਉੱਨਤੀ, ਸੜਕਾਂ ਆਈਆਂ। ਪਹਿਲਾਂ ਸੜਕਾਂ ਗਾਰੇ ਦੀਆਂ ਹੁੰਦੀਆਂ ਸੀ, ਪਰ ਹੁਣ ਸੜਕਾਂ ਜਿਹੜੀਆਂ ਹੈ ਵੱਡੇ ਵੱਡੇ ਪੱਥਰਾਂ ਦੀਆਂ ਬਣਨ ਲੱਗ ਗਈਆਂ ਅਤੇ ਉੱਤੇ ਜਿਹੜਾ ਸੀਗਾ ਲੁੱਕ ਵਗੈਰਾ ਪਾਉਣ ਦਾ ਕੰਮ ਸਟਾਰਟ ਹੋ ਗਿਆ। ਜੌਨ ਮੈਕਡਜ਼ ਨੇ ਜਿਹੜਾ ਸੀ ਸੜਕਾਂ ਬਣਾਉਣ 'ਚ ਬਹੁਤ ਸੁਧਾਰ ਕੀਤਾ, ਨਵੀਆਂ ਪੱਕੀਆਂ ਸੜਕਾਂ ਆਧੁਨਿਕ ਤਰ੍ਹਾਂ ਦੀਆਂ ਬਣਾਉਣੀਆਂ ਸਟਾਰਟ ਕਰਤੀਆਂ। ਨਹਿਰਾਂ ਦੀ ਵੀ ਉੱਨਤੀ ਕੀਤੀ। ਸਭ ਤੋਂ ਪਹਿਲੀ ਨਹਿਰ ਜਿਹੜੀ ਸੀ 1759 ਦੇ ਵਿੱਚ ਜਿਹੜੀ ਸੀਗੀ ਇੰਗਲੈਂਡ 'ਚ ਬਣਾਈ ਗਈ ਸੀ। ਫਿਰ ਉਸ ਤੋਂ ਬਾਅਦ 'ਚ ਬਹੁਤ ਸਾਰੀਆਂ ਨਹਿਰਾਂ ਬਣਾਈਆਂ ਗਈਆਂ। ਰੇਲਵੇ ਜਿਹੜਾ ਸੀਗਾ, ਰੇਲਵੇ ਦੀ ਵੀ ਜਿਹੜੀ ਖੋਜ ਸੀਗੀ ਰੇਲਵੇ ਇੰਜਨ ਦੀ ਜਾਰਜ ਸਟੀਫਨਸਨ ਨੇ 1814 ਦੇ ਵਿੱਚ ਕੀਤੀ ਸੀ, ਜਿਸ ਦੇ ਕਰਕੇ ਰੇਲਵੇ ਜਿਹੜੇ ਸੀਗੇ ਇੰਜਨ ਚੱਲਣ ਲੱਗ ਗਏ। ਰੇਲਵੇ ਇੰਜਨ ਚੱਲਣ ਕਰਕੇ ਜਿਹੜਾ ਸੀ ਇੱਕ ਜਗ੍ਹਾ ਤੋਂ ਮਾਲ ਦੂਜੀ ਜਗ੍ਹਾ ਆਸਾਨੀ ਦੇ ਨਾਲ ਪਹੁੰਚ ਜਾਂਦਾ ਸੀਗਾ ਅਤੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਆਵਾਜਾਈ ਵੀ ਬਹੁਤ ਆਸਾਨੀ ਦੇ ਨਾਲ ਹੋਣ ਲੱਗ ਗਈ। ਆਟੋਮੋਬਾਈਲ, 19ਵੀਂ ਸਦੀ ਦੇ ਐਂਡ ਵਾਲੇ ਪਾਰਟ ਦੇ ਵਿੱਚ ਆਟੋਮੋਬਾਈਲ ਆਉਣ ਜਾਣ ਦੇ ਸਾਧਨਾਂ ਦਾ ਬਹੁਤ ਜ਼ਿਆਦਾ ਵਿਕਾਸ ਹੋਇਆ। ਠੀਕ ਹੈ, 20ਵੀਂ ਸਦੀ ਦੇ ਵਿੱਚ ਬਹੁਤ ਜ਼ਿਆਦਾ ਉੱਨਤੀ ਹੋਈ। ਖਾਸ ਕਿਸਮ ਦੇ ਹਵਾ ਵਾਲੇ ਟਾਇਰ ਬਣਾਏ ਗਏ। ਮੋਟਰ ਗੱਡੀਆਂ ਦਾ ਰਫਤਾਰ ਜਿਹੜੀਆਂ ਸੀਗੀਆਂ ਬਹੁਤ ਤੇਜ਼ ਵਾਲੀਆਂ ਗੱਡੀਆਂ ਦਾ ਰਫਤਾਰ ਦੇ ਨਾਲ ਜਿਹੜਾ ਸੀਗਾ ਇਨਵੈਂਸ਼ਨ ਹੋਣੀ ਸਟਾਰਟ ਹੋ ਗਈ। ਪੈਟਰੋਲ ਅਤੇ ਡੀਜ਼ਲ ਨਾਲ ਚੱਲਣ ਵਾਲੇ ਜਿਹੜੇ ਸੀਗੇ ਇੰਜਣਾਂ ਦੇ ਬਣਨ ਦੇ ਨਾਲ ਜਿਹੜਾ ਸੀਗਾ ਆਟੋਮੋਬਾਈਲ ਵਿਕਸਿਤ ਹੋ ਗਏ। ਹਵਾਈ ਜਹਾਜ਼ ਬਣਨੇ ਸਟਾਰਟ ਹੋ ਗਏ। ਠੀਕ ਹੈ, ਕਿਉਂਕਿ ਹਵਾ 'ਚ ਉੱਡਣ ਦਾ ਜਿਹੜਾ ਸੁਪਨਾ ਸੀ ਉਹ ਬਹੁਤ ਹੀ ਜ਼ਿਆਦਾ ਲੋਕਾਂ ਦਾ ਸੀ ਉਸ ਟਾਈਮ ਵੀ ਸੀਗਾ, ਤਾਂ ਇਸ ਕਰਕੇ ਜਿਹੜਾ ਸੀਗਾ ਇਸ ਸਦੀ ਦੇ ਪੂਰੇ ਹੁੰਦੇ ਹੁੰਦੇ ਤੋਂ ਪਹਿਲਾਂ ਮਨੁੱਖ ਜਿਹੜਾ ਸੀ ਚੰਦਰਮਾ ਤੱਕ ਪਹੁੰਚ ਗਿਆ ਸੀ। ਇਸ ਕਰਕੇ ਹਵਾਈ ਜਹਾਜ਼ ਜਿਹੜਾ ਸੀਗਾ ਪਹਿਲਾਂ ਵਪਾਰਕ ਉਦੇਸ਼ਾਂ ਦੇ ਲਈ ਯੂਜ਼ ਕੀਤਾ ਗਿਆ ਹਵਾਈ ਜਹਾਜ਼, ਉਸ ਤੋਂ ਬਾਅਦ 'ਚ ਆਵਾਜਾਈ ਲਈ ਯੂਜ਼ ਕੀਤਾ ਗਿਆ। ਠੀਕ ਹੈ, ਸੋ ਹੌਲੀ ਹੌਲੀ ਹਵਾਈ ਜਹਾਜ਼ ਅੰਤਰਰਾਸ਼ਟਰੀ ਆਵਾਜਾਈ ਦੇ ਲਈ ਸਾਧਨ ਬਣ ਗਏ। ਠੀਕ ਹੈ, ਪਹਿਲਾਂ ਕੀ ਹੁੰਦਾ ਸੀ ਸਮਾਨ ਜਾਂਦਾ ਹੁੰਦਾ ਸੀ ਹਵਾਈ ਜਹਾਜ਼ਾਂ ਨਹੀਂ, ਬਾਅਦ ਦੇ ਵਿੱਚ ਆਪਾਂ ਲੋਕਾਂ ਨੂੰ ਢੋਣ ਲਈ ਵੀ ਜਿਹੜਾ ਹੈ ਹਵਾਈ ਜਹਾਜ਼ ਯੂਜ਼ ਕੀਤੇ ਜਾਣ ਲੱਗੇ। 2 ਪਹੀਆਂ ਵਾਲੇ ਜਿਹੜੇ ਸੀਗੇ ਵਾਹਨ, ਹੁਣ ਅਜੇ ਤੱਕ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਰਿਕਸ਼ੇ, ਬੈਲ ਗੱਡੀਆਂ, ਟਾਂਗੇ ਵਗੈਰਾ ਚੱਲਦੇ ਸੀਗੇ, ਪਰ ਫਿਰ ਜਿਹੜਾ ਸੀਗਾ 2 ਪਹੀਏ ਵਾਲੀਆਂ ਜਿਵੇਂ ਸਕੂਟਰ ਵਗੈਰਾ ਹੋ ਗਿਆ, ਤਾਂ ਇੱਦਾਂ ਜੀ ਚੀਜ਼ਾਂ ਜਿਹੜੀਆਂ ਸੀ ਉਹ ਇਨਵੈਂਟ ਹੋਣੀਆਂ ਸਟਾਰਟ ਹੋ ਗਈਆਂ। ਹੋਰ ਵਾਹਨ ਇਨਵੈਂਟ ਹੋਣੇ ਸਟਾਰਟ ਹੋ ਗਏ। ਠੀਕ ਹੈ, ਪਹਿਲਾਂ ਟਰਾਮਾਂ ਨੂੰ ਘੋੜੇ ਖਿੱਚਦੇ ਸੀ, ਹੁਣ ਬਿਜਲੀ ਨਾਲ ਹੀ ਚੱਲਣੀਆਂ ਸਟਾਰਟ ਹੋ ਗਈਆਂ ਜਿਹੜੀਆਂ ਟਰਾਮਾਂ ਸੀਗੀਆਂ। ਸੰਚਾਰ ਸਾਧਨਾਂ ਦਾ ਵਿਕਾਸ ਹੋਣਾ ਸਟਾਰਟ ਹੋ ਗਿਆ। ਬਿਜਲੀ ਦੇ ਆਵਿਸ਼ਕਾਰ ਹੋ ਗਿਆ, ਤਾਂ ਕਰਕੇ ਸੰਚਾਰ ਦੇ ਸਾਧਨਾਂ ਦੀ ਵੀ ਉੱਨਤੀ ਹੋਈ ਅਤੇ ਉਸ ਤੋਂ ਬਾਅਦ 'ਚ ਤਾਰ ਜਿਹੜੇ ਸੀਗੇ, ਠੀਕ ਹੈ, ਡਾਕ ਤਾਰ ਦਾ ਵੀ ਵਿਕਾਸ ਹੋਇਆ। ਸੋ ਉਦਯੋਗਿਕ ਕ੍ਰਾਂਤੀ ਦੇ ਨਾਲ ਪੂਰੇ ਵਿਸ਼ਵ ਦੇ ਉੱਤੇ ਜਾਂ ਯੂਰਪ ਦੇ ਉੱਤੇ ਕਹਿ ਲਓ ਕੀ ਪ੍ਰਭਾਵ ਪਏ ਨੇ। ਸੋ ਨੈਕਸਟ ਵੀਡੀਓ 'ਚ ਇਹ ਕਨਸੈਪਟ ਕਰਾਂਗੇ। ਸੋ ਥੈਂਕ ਯੂ ਸੋ ਮਚ।